ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਨਿਊਜ਼ ਐਂਡ ਵਿਊਜ਼ ਵਿਦ ਡਾਕਟਰ ਸੁਰਜੀਤ ਭੱਟੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸਾਨੀ ਅੰਦੋਲਨ ਦੀ ਵੀ ਗੱਲ ਕਰਾਂਗੇ। ਕੁਝ ਚੋਣ ਕਮਿਸ਼ਨ ਨੇ ਵੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਹੈ। ਪੰਜਾਬ ਵਿਧਾਨ ਸਭਾ ਵਿੱਚ ਕੀ ਹੋਇਆ, ਸਰਕਾਰ ਨੇ ਆਉਣ ਵਾਲੇ ਸੀਜ਼ਨ ਦੇ ਕਣਕ ਦੇ ਸੀਜ਼ਨ ਦੇ ਲਈ ਐਫਸੀਆਈ ਨੂੰ ਨਵੀਆਂ ਹਦਾਇਤਾਂ ਕੀਤੀਆਂ। ਇਹਦੇ ਤੇ ਵੀ ਗੱਲ ਕਰਾਂਗੇ। ਬੰਗਾਲ ਚੋਣਾਂ ਦਾ ਵੀ ਵਿਸ਼ੇਸ਼ ਮੁੱਦਾ ਜਿਹੜਾ ਅੱਜ ਦੀ ਚਰਚਾ 'ਚ ਸ਼ਾਮਲ ਰੱਖਾਂਗੇ। ਆਓ ਪਹਿਲਾਂ ਭੱਟੀ ਸਾਹਿਬ ਦਾ ਸਵਾਗਤ ਕਰਦੇ। ਭੱਟੀ ਸਾਹਿਬ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਐਮਪੀ ਸਿੰਘ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਭੱਟੀ ਸਾਹਿਬ, 100 ਦਿਨ ਜਦੋਂ ਹੋਏ ਆ ਕਿਸਾਨੀ ਅੰਦੋਲਨ ਨੂੰ ਚੱਲਦਿਆਂ, ਤੇ ਕਿਸਾਨਾਂ ਵੱਲੋਂ ਜਿਹੜਾ ਉਹ ਰੋਡ ਜਿਹੜੀ ਸੀ, ਹਾਈਵੇ ਬੰਦ ਕਰਨ ਦੀ, ਕੇਐਮਪੀ ਹਾਈਵੇ ਜਿਹੜੀ ਸੀਗੀ ਉਹ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ। ਪਤਾ ਲੱਗਾ ਕਿ ਬਹੁਤ ਹੀ ਕਾਮਯਾਬ ਕਾਲ ਹੋਈ ਹੈ, ਉਹਦੇ ਬੜੇ ਵੱਡੇ ਪ੍ਰਭਾਵ ਹੋਣਗੇ। ਇਹਦੇ ਸੰਬੰਧ ਵਿੱਚ ਕਿਸਾਨ ਆਗੂਆਂ ਨੇ ਕੁਝ ਬਿਆਨ ਦਿੱਤੇ ਆ, ਜਿਹਦੇ ਵਿੱਚ ਰਾਜੇਵਾਲ ਸਾਹਿਬ ਦਾ ਨਾਮ ਮੁੱਖ ਹੈ, ਰਕੇਸ਼ ਟਕੈਤ ਦਾ ਨਾਮ ਮੁੱਖ ਹੈ। ਉਂਝ ਡਾਕਟਰ ਦਰਸ਼ਨਪਾਲ ਨੇ ਵੀ ਇਸ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਜਿਹੜੇ ਕਿਸਾਨ ਆਗੂ ਇਸ ਦੌਰਾਨ ਜਿਹੜੇ ਸੀਗੇ, ਮਾਸਟਰ ਦਤਾਰ ਸਿੰਘ, ਉਹਨਾਂ ਦੇ ਭੋਗ ਤੋਂ ਵਾਪਸ ਆਉਂਦੇ ਸੀ ਅੰਮ੍ਰਿਤਸਰ ਤੋਂ, ਤਾਂ ਉਹਨਾਂ ਨੇ ਉਹਦੀ ਰਿਪੋਰਟ ਵੀ ਦਿੱਤੀ ਹੈ ਕਿ ਕਿਵੇਂ ਦਾ ਪ੍ਰਭਾਵ ਪੈ ਰਿਹਾ ਸਾਰੇ ਅੰਦੋਲਨ ਦਾ। ਇਹ ਜਿਹੜਾ ਕੇਐਮਪੀ ਬਲੌਕ ਕੀਤਾ ਗਿਆ ਸੀ, ਇਹਦੀ ਕੀ ਰਿਪੋਰਟ ਹੈ, ਤੇ ਵੱਖ-ਵੱਖ ਕਿਸਾਨ ਆਗੂਆਂ ਨੇ ਜੋ ਕਿਹਾ ਹੈਗਾ ਇਸ ਅੰਦੋਲਨ ਬਾਰੇ, ਨਵੇਂ ਉਹਨਾਂ ਨੇ ਕੀ ਇੰਕਸ਼ਾਫ ਕੀਤੇ ਆ, ਨਵੀਂ ਰਣਨੀਤੀ ਕੀ ਅਨਾਉਂਸ ਕੀਤੀ ਆ, ਇਹਦੇ ਬਾਰੇ ਚਰਚਾ ਤੁਸੀਂ ਕਰੋ ਜੀ। ਐਮਪੀ ਸਿੰਘ ਦੇਖੋ, ਜਿਹੜਾ ਇਹ ਮਤਲਬ ਕੱਲ ਕਾਲਾ ਦਿਵਸ, ਮੈਂ ਅੱਜ ਹੀ ਕਹਿ ਲਵਾਂ ਇਹਨੂੰ ਤਾਂ ਠੀਕ ਹੈ, ਕਿਉਂਕਿ ਅੱਜ ਰਾਤ ਉੱਥੇ ਤੇ ਅੱਜ ਦਿਨ ਹੈ। ਹਾਂਜੀ। ਅੱਜ ਜਿਹੜਾ ਇਹ ਕਾਲਾ ਦਿਵਸ ਸਾਰੇ ਭਾਰਤ ਚ ਮਨਾਇਆ ਗਿਆ, ਇਹਦੀ ਮਤਲਬ ਬਹੁਤ ਵੱਡੀ ਕਾਮਯਾਬੀ ਇਹ ਆ ਕਿ ਇਹ ਅੰਦੋਲਨ ਸਾਰੇ ਭਾਰਤ ਵਿੱਚ ਜਿਹੜੀ ਫਾਸ਼ੀ ਹਕੂਮਤ ਹੈ ਉਹਦੀਆਂ ਘਟੀਆ ਚਾਲਾਂ ਦੇ ਬਾਵਜੂਦ ਵੀ ਇਹਨੂੰ ਸ਼ਾਂਤਮਈ ਰੱਖਿਆ। ਠੀਕ ਹੈ ਜੀ। ਇਹ ਸਭ ਤੋਂ ਵੱਡੀ ਕਾਮਯਾਬੀ ਮੈਂ ਕਹੂੰਗਾ, ਕਿਉਂਕਿ ਇਹਦੀ ਕਾਮਯਾਬੀ ਇਸੇ ਚੀਜ਼ 'ਚ ਛੁਪੀ ਹੋਈ ਹੈ। ਬਿਲਕੁਲ। ਜਿਹੜੀ ਹਕੂਮਤ ਹੈ ਉਹ ਇਹ ਚਾਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਇਹਨੂੰ ਡਰੇਲ ਕੀਤਾ ਜਾਵੇ। ਤਰੀਕਾ ਉਹਨਾਂ ਕੋਲ ਇੱਕੋ ਇੱਕ ਬਚਿਆ, ਉਹ ਹੈਗਾ ਕਿ ਇਹਦੇ 'ਚ ਫੁੱਟ ਪਾਈ ਜਾਵੇ, ਬੰਦੇ ਖਰੀਦ ਲੈ ਜਾਣ, ਇਹਨਾਂ ਦੇ ਉੱਤੇ ਜ਼ੁਲਮ ਤਸ਼ੱਦਦ ਕਰਕੇ ਇਸ ਢੰਗ ਦਾ ਪ੍ਰਭਾਵ ਦਿੱਤਾ ਜਾਵੇ ਕਿ ਅੰਦੋਲਨ ਖਤਮ ਹੋ ਚੁੱਕਾ, ਤੇ ਕੁਛ ਐਨਾਲਿਸਟ ਏਦਾਂ ਦੀਆਂ ਗੱਲਾਂ ਫੈਲਾਉਂਦੇ ਵੀ ਹੈ, ਇਹਨਾਂ ਨੂੰ ਮਤਲਬ ਉਹਨਾਂ ਦਾ ਜ਼ਿਕਰ ਕਰਨਾ ਵੀ ਮੈਂ ਠੀਕ ਨਹੀਂ ਸਮਝਦਾ। ਔਰ ਇਸ ਦੌਰਾਨ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਬਲਵੀਰ ਸਿੰਘ ਰਾਜੇਵਾਲ ਉਹਨਾਂ ਨੇ ਕਹੀ ਹੈ, ਉਹਦੇ ਵਿੱਚ ਇੱਕ ਤਾਂ ਉਹਨਾਂ ਨੇ ਇਹ ਗੱਲ ਬੜੀ ਸਪਸ਼ਟ ਕੀਤੀ ਹੈ ਕਿ ਇਸ ਵੇਲੇ ਇਸ ਸਰਕਾਰ ਦੇ ਪੈਰ ਉਖੜ ਚੁੱਕੇ ਆ, ਇੱਕ ਘਬਰਾਹਟ ਵਿੱਚ ਹੈ। ਘਬਰਾਹਟ ਵਿੱਚ ਆ ਕੇ ਜਿੱਦਾਂ ਦੀਆਂ ਇਹ ਵਿਅੰਤਾਂ ਕੱਢ ਰਹੀ ਆ, ਉਹ ਸਾਰੀਆਂ ਇਹਦੀਆਂ ਅਸੀਂ ਫੇਲ ਕਰਦੇ ਚੱਲੇ ਆ ਰਹੇ ਆ ਪਿਛਲੇ 100 ਦਿਨ, ਇਹ ਕੰਮ ਵੀ ਹੋਣੀ ਹੈ। ਠੀਕ ਹੈ ਜੀ। ਔਰ ਦੂਸਰੀ ਉਹਨਾਂ ਨੇ ਇਹਦੇ ਵਿੱਚ ਬੜੀ ਸਪਸ਼ਟ ਗੱਲ ਕੀਤੀ ਹੈ ਕਿ ਸਾਡੀ ਜਿੱਤ ਦਾ ਵੱਡਾ ਰਾਜ ਹੈਗਾ ਕਿ ਸਾਡੇ ਅੰਦੋਲਨ ਦਾ ਡਿਸਿਪਲਿਨ 'ਚ ਰਹਿਣਾ, ਸ਼ਾਂਤਮਈ ਰਹਿਣਾ, ਔਰ ਲੱਖਾਂ ਲੋਕਾਂ ਦਾ ਇਹ ਤਹਈਆ ਕਰ ਲੈਣਾ ਕਿ ਅਸੀਂ ਇਹੋ ਜਿਹੀ ਹਕੂਮਤ ਜਿਹੜੀ ਆ, ਜਿਹੜੀ ਦੇਸ਼ ਨੂੰ ਵੇਚ ਕੇ ਮਤਲਬ ਬੜੇ ਬੜੇ ਸਰਮਾਏਦਾਰਾਂ ਨੂੰ ਮਤਲਬ ਦੇ ਇਸ਼ਾਰਿਆਂ ਤੇ ਨੱਚਣ ਵਾਲੀ ਆ, ਇਹਨੂੰ ਬਿਲਕੁਲ ਹੀ ਨਹੀਂ ਇਹ ਹੋਣ ਦਿਆਂਗੇ। ਇਹ ਚੀਜ਼ਾਂ ਜੇ ਇਹ ਡਿਟਰਮੀਨੇਸ਼ਨ ਨਹੀਂ, ਜੇ ਦਲੇਰੀ ਨਹੀਂ, ਤਾਂ ਫਿਰ ਇੱਥੇ ਵੱਡੇ ਅੰਦੋਲਨ ਨਹੀਂ ਜਿੱਤੇ ਜਾ ਸਕਦੇ, ਤੇ ਇਤਿਹਾਸ ਦੇ ਵਿੱਚ ਨਵੀਆਂ ਪੈੜਾਂ ਵੀ ਨਹੀਂ ਪਾਈਆਂ ਜਾ ਸਕਦੀਆਂ। ਤੁਸੀਂ ਦੇਖੋ ਕਿ ਅੱਜ 100 ਦਿਨ ਨੇ ਸਾਬਤ ਕਰ ਦਿੱਤਾ ਕਿ ਕਿਵੇਂ ਉਹ ਆਗੂ ਵੀ ਸਾਹਮਣੇ ਆਏ ਆ ਜਿਨ੍ਹਾਂ ਨੂੰ ਪਹਿਲਾਂ ਕੋਈ ਜਾਣਦਾ ਨਹੀਂ ਸੀ। ਬਹੁਤ ਥੋੜੇ ਆਗੂ ਸੀ ਜਿਨ੍ਹਾਂ ਦਾ ਨਾਂ ਸੀ ਕਿਸਾਨੀ ਅੰਦੋਲਨ ਚ। ਇਸ ਢੰਗ ਦੇ ਨਾਲ ਇਸ ਅੰਦੋਲਨ ਨੇ ਆਪਣਾ ਸਾਰੇ ਭਾਰਤ ਦੇ ਉਹਨਾਂ ਲੋਕਾਂ ਤੇ ਪ੍ਰਭਾਵ ਛੱਡਿਆ ਜਿਹੜੇ ਬੜੇ ਦੂਰ ਦਰਾਡੇ ਰਹਿੰਦੇ ਆ, ਤੇ ਜਿਨ੍ਹਾਂ ਦੇ ਉੱਤੇ ਕਈ ਬਿਹਾਰ ਦੇ ਵਿੱਚ, ਐਮਪੀ ਦੇ ਵਿੱਚ ਵੀ ਇਹੋ ਜਿਹੇ ਫਿਊਡਲ ਲਾਰਡ ਦੇ ਏਰੀਏ ਹੈਗੇ ਜਿੱਥੇ ਉਹ ਵਿਚਾਰੇ ਉੱਠਣ ਜੋਗੇ ਨਹੀਂ, ਉਹ ਵੀ ਵਿਰੋਧ ਦੇ ਵਿੱਚ ਖੜ ਗਏ। ਤੇ ਇਸ ਕਰਕੇ ਜਿਹੜਾ ਕੱਲ ਇਹ ਹੋਇਆ, ਇਹਦੇ ਵਿੱਚ ਇੱਕ ਤਾਂ ਕਾਲੇ ਝੰਡੇ ਲੈ ਕੇ ਵਿਰੋਧ ਕੀਤਾ ਗਿਆ, ਕਾਲੀਆਂ ਪੱਟੀਆਂ ਬੰਨ ਕੇ ਕੀਤਾ ਗਿਆ, ਜਿਹੜਾ ਮਤਲਬ ਵੱਡਾ ਐਕਸ਼ਨ ਸੀ। ਕੁੰਡਲੀ ਮਾਨੇਸਰ ਪਲਵਲ ਦਾ ਜਿਹੜਾ ਰਿੰਗ ਰੋਡ ਨੂੰ ਜਾਮ ਕਰਨਾ ਸੀ, ਉਹ ਪੂਰੀ ਤਰ੍ਹਾਂ ਜਾਮ ਰਹੀ 5 ਘੰਟੇ।
ਔਰ ਇੱਥੋਂ ਤੱਕ ਕਿ ਜਿਹੜੀ ਪੁਲਿਸ ਹੈ ਉਹ ਭਾਵੇਂ ਵੱਡੀ ਗਿਣਤੀ ਸੱਦੀ ਸੀ, ਪਰ ਉਹਨਾਂ ਦਾ ਇਹ ਹੌਸਲਾ ਨਹੀਂ ਪਿਆ ਕਿ ਉਹ ਇਹਨਾਂ ਨੂੰ ਰੋਕ ਲੈਣ ਜਾਂ ਨਾ ਜਾਮ ਲਾਉਣ ਦੇਣ। ਇਹ ਵੀ ਇੱਕ ਹਾਰ ਹੈ ਸਰਕਾਰ ਦੀ, ਵੱਡੀ ਹਾਰ ਮੈਂ ਸਮਝੂਗਾ ਕਿ ਜਿਹੜੇ ਇੱਥੇ ਦਮਗਾਦੇ ਮਾਰਦੇ ਸੀ ਕਿ ਅਸੀਂ ਹੋਣ ਨਹੀਂ ਦਿਆਂਗੇ, ਅਸੀਂ ਇਹ ਨਹੀਂ ਜਿਹੜੀ ਨਹੀਂ ਫੜਕਣ ਦਿਆਂਗੇ, ਇਹ ਨਹੀਂ ਕਰਨ ਦਿਆਂਗੇ, ਉਹ ਸਾਰਾ ਕੁਝ ਵਾਪਰ ਰਿਹਾ ਔਰ ਬੜੀ ਜ਼ਰੂਰਤ ਨਾਲ ਹੋਇਆ। ਔਰ ਫਿਰ ਹਰਿਆਣੇ ਵਿੱਚ ਔਰ ਪੰਜਾਬ ਦੇ ਵਿੱਚ, ਰਾਜਸਥਾਨ 'ਚ, ਉੱਤਰ ਪ੍ਰਦੇਸ਼ ਦੇ ਵਿੱਚ, ਉੱਤਰਾਖੰਡ ਦੇ ਵਿੱਚ ਇਹਦਾ ਪ੍ਰਭਾਵ ਬਹੁਤ ਜ਼ਬਰਦਸਤ ਔਰ ਹੋਰਨਾਂ 'ਚ ਵੀ। ਔਰ ਇੱਥੋਂ ਤੱਕ ਕਿ ਪੱਛਮੀ ਬੰਗਾਲ ਦੀਆਂ ਜਿਹੜੀਆਂ ਰਿਪੋਰਟ ਮਿਲੀਆਂ ਤੇ ਆਪਾਂ ਵੱਖਰੀ ਗੱਲ ਕਰਾਂਗੇ ਕਿਉਂਕਿ ਪੀਸ਼ਨ ਕੇਅਰ ਰਾਜਿਆਲ ਨੇ ਉਹਦਾ ਮੈਂਸ਼ਨ ਵੀ ਕੀਤਾ ਕਿ ਅਸੀਂ ਉਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਜਾ ਰਹੇ ਹਾਂ, ਇਕੱਲੀਆਂ ਉਹਨਾਂ 'ਚ ਹੀ ਨਹੀਂ, ਨਾਲ ਉਹਨਾਂ ਇੱਕ ਸਪੈਸ਼ਲੀ ਕਿਹਾ ਕਿ ਜਿੱਥੋਂ ਦੇ ਮਤਲਬ ਯੋਧੇ ਨਿਕਲ ਕੇ ਆਏ ਆ, ਜਿਸ ਪਿੱਠ ਭੂਮੀ ਹੈ ਇਹਨਾਂ ਦੀ, ਗੁਜਰਾਤ ਹੈ ਜਾਂ ਹੋਰ ਏਰੀਏ ਆ, ਉੱਥੇ ਵੀ ਕਹਿੰਦੇ ਅਸੀਂ ਪਹੁੰਚ ਚੁੱਕੇ। ਉੱਥੇ ਵੀ ਲੋਕਾਂ ਨੂੰ ਜਿਨ੍ਹਾਂ ਨੂੰ ਇਹਨਾਂ ਦਾ ਬੁਰੀ ਤਰ੍ਹਾਂ ਦਬਾ ਦਿੱਤਾ ਗਿਆ ਸੀ, ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਸੀ, ਜਾਂ ਜਿੱਦਾਂ ਉੱਤਰਾਖੰਡ ਦੇ ਵਿੱਚ ਮਤਲਬ ਸਾਰਾ ਆਪਣਾ ਉੱਥੋਂ ਦੇ ਲੋਕਾਂ ਦੀਆਂ ਵੱਡੀ ਪੱਧਰ ਤੇ ਜ਼ਮੀਨਾਂ ਹੀ ਕੁਰ ਕਰਨ ਤੇ ਤੁਰ ਪਏ ਸੀ, ਜਿਨ੍ਹਾਂ ਨੇ ਬੜਾ ਵੱਡਾ ਪ੍ਰੋਟੈਸਟ ਕੀਤਾ। ਔਰ ਅੱਜ ਲਗਭਗ ਇਹ ਪੋਜੀਸ਼ਨ ਹੈ ਕਿ ਉੱਤਰਾਖੰਡ ਚ ਤਾਂ ਤੁਹਾਨੂੰ ਮੈਂ ਦੱਸਿਆ ਨਹੀਂ ਪਹਿਲਾਂ ਕਿ ਉੱਥੇ ਇੱਕ ਟਰੈਕਟਰ ਮਾਰਚ ਚੱਲ ਰਿਹਾ ਲਗਾਤਾਰ, ਜਿਹਦੀ ਸ਼ਿਕਾਇਤ ਅਗਵਾਈ ਕਰ ਰਿਹਾ ਔਰ ਇਸੇ ਕਰਕੇ ਹੀ ਉਹ ਗਾਜ਼ੀਪੁਰ ਬਾਰਡਰ ਦੇ ਉੱਤੇ ਇਸ ਦਿਨ ਵੀ ਨਹੀਂ ਪਹੁੰਚ ਸਕੇ। ਉੱਧਰਲੇ ਜਿਹੜਾ ਮਾਰਚ ਚੱਲ ਰਿਹਾ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਵੱਡਾ ਪ੍ਰਭਾਵਸ਼ਾਲੀ ਹੈ। ਤੇ ਸ਼ਿਕਾਇਤ ਉਹਨਾਂ ਨੇ ਕੀ ਕਿਹਾ ਮੈਂ ਅੱਗੇ ਚੱਲ ਕੇ ਦੱਸੂਗਾ। ਬਾਕੀ ਰਾਜੇਵਾਲ ਦਾ ਇਹ ਸੀ, ਇੱਕ ਤਾਂ ਉਹਨਾਂ ਨੇ ਅੱਜ ਫਿਰ ਇਹ ਗੱਲ ਕੀਤੀ ਆ ਕਿ ਸਾਡਾ ਜਿਹੜਾ ਅੰਦੋਲਨ ਹੈ ਲੋਕੋ, ਇਹ ਇਕੱਲਾ ਭਾਰਤ ਦਾ ਅੰਦੋਲਨ ਨਹੀਂ ਰਿਹਾ, ਇਹ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕਾ ਔਰ ਇਹਦੀ ਚਰਚਾ ਦੁਨੀਆ ਵਿੱਚ ਹੋ ਰਹੀ ਆ। ਇਹਦੀ ਚਰਚਾ ਬਰਤਾਨੀਆ 'ਚ ਹੋ ਰਹੀ ਆ, ਇਹਦੀ ਚਰਚਾ ਆਸਟ੍ਰੇਲੀਆ 'ਚ ਹੋ ਰਹੀ ਆ, ਕੈਨੇਡਾ 'ਚ ਹੋ ਰਹੀ ਆ, ਨਿਊਜ਼ੀਲੈਂਡ 'ਚ ਹੋ ਰਹੀ ਆ ਔਰ ਅਮਰੀਕਾ ਦੇ ਵਿੱਚ ਹੋ ਰਹੀ ਆ। ਔਰ ਲੋਕ ਜਿਹੜੇ ਆ ਉਹ ਆਪਣੇ ਢੰਗ ਦੇ ਨਾਲ ਉੱਥੇ ਪ੍ਰੋਟੈਸਟ ਕਰ ਰਹੇ ਆ ਸਾਡੀ ਮੈਥਲੀ, ਔਰ ਉਹਨਾਂ ਨੇ ਉਹਦਾ ਥੈਂਕਸ ਕੀਤਾ। ਤੇ ਨਾਲ ਹੀ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਬਹਿਸਾਂ ਹੋ ਰਹੀਆਂ ਜਾਂ ਹੋਣ ਜਾ ਰਹੀ ਹੈ 8 ਤਰੀਕ ਨੂੰ, ਇਹਨਾਂ ਸਾਰੀਆਂ ਦਾ ਕੀ ਅਸਰ ਪ੍ਰਭਾਵ ਪੈਣਾ ਉਹਦੇ ਬਾਰੇ ਉਹਨਾਂ ਨੇ ਦੱਸਿਆ ਕਿ ਮੋਦੀ ਸਰਕਾਰ ਜਿਹੜੀ ਹੈ ਇਹ ਜਿੰਨਾ ਮਰਜ਼ੀ ਵਾਹ ਲਾ ਲੈ, ਇਹਦੀ ਇਹ ਹਿੰਮਤ ਨਹੀਂ ਹੋਊਗੀ ਕਿ ਦੁਨੀਆ ਦੇ ਉਹਨਾਂ ਦੇਸ਼ਾਂ 'ਚ ਜਾ ਕੇ ਦੁਬਾਰਾ ਦਿਖਾਉਣ ਜਿਨ੍ਹਾਂ ਦੇ ਵਿੱਚ ਅੱਗੇ ਬੜੇ ਦੰਗਾਜੇ ਮਾਰਦੇ ਸੀ ਜਾ ਕੇ ਕਿ ਅਸੀਂ ਬੜਾ ਵੱਡੀ ਲੋਕਤੰਤਰ ਦੀ ਸੇਵਾ ਕਰ ਰਹੇ ਹਾਂ। ਔਰ ਇਹਨਾਂ ਨੇ ਲੋਕਤੰਤਰ ਦੀ ਤਬਾਹੀ ਦਾ ਜਿਹੜਾ ਇਹ ਮੁੱਦਾ ਚੁੱਕਿਆ, ਇਹਨੂੰ ਅਸੀਂ ਮਤਲਬ ਕਿਸੇ ਕੀਮਤ ਤੇ ਸਹਿਣ ਨਹੀਂ ਕਰਾਂਗੇ। ਗੱਲ ਉਹਨਾਂ ਬੜੀ ਲੰਬੀ ਕੀਤੀ ਹੈ ਪਰ ਇੱਥੇ ਆਪਣੇ ਕੋਲ ਇੰਨਾ ਟਾਈਮ ਨਹੀਂ ਹੈਗਾ। ਔਰ ਉਹਦੇ ਵਿੱਚ ਉਹਨਾਂ ਦਾ ਇਹ ਸੰਦੇਸ਼ ਸੀ ਸਾਰੇ ਦੁਨੀਆ 'ਚ ਬੈਠੇ ਹੋਏ ਕਿਸਾਨ ਹਿਤੈਸ਼ੀਆਂ ਨੂੰ ਕਿ ਅਸੀਂ ਤੁਹਾਨੂੰ ਕਦੀ ਨਿਰਾਸ਼ ਨਹੀਂ ਹੋਣ ਦਿਆਂਗੇ। ਸਾਡਾ ਇੱਕ ਇੱਕ ਆਗੂ, ਸਾਡਾ ਇੱਕ ਇੱਕ ਵਲੰਟੀਅਰ, ਇੱਕ ਇੱਕ ਕਿਸਾਨ ਉਹ ਆਪਣੀ ਜਾਨ ਦੇ ਸਕਦੇ ਆ ਪਰ ਚੁਣਨਗੇ ਨਹੀਂ। ਇਹ ਕਹੀਆ ਅਸੀਂ ਕਰਕੇ ਤੁਰੇ। ਇਹ ਬੜੀ ਇੱਕ ਸ਼ਾਨਦਾਰ ਗੱਲ ਸੀ। ਦੂਸਰੀ ਗੱਲ, ਇਹਦੇ ਤੇ ਵਿਸ਼ੇ ਤੇ ਆਪਾਂ ਅੱਜ ਸ਼ਾਇਦ ਨਾ ਗੱਲ ਕਰ ਸਕੀਏ ਕਿ ਇਹ ਅੰਦੋਲਨ ਤਾਂ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਸਿਰਫ ਕਿਸਾਨੀ ਅੰਦੋਲਨ ਤੱਕ ਸੀਮਿਤ ਨਹੀਂ ਰਹਿ ਗਿਆ, ਪਹਿਲਾਂ ਵੀ ਨਹੀਂ ਸੀ। ਬਿਲਕੁਲ। ਅੱਜ ਡਾਕਟਰ ਦਰਸ਼ਨਪਾਲ ਨੇ ਜਿਹੜੇ ਕਿਸਾਨ ਆਗੂ ਦਤਾਰ ਸਿੰਘ ਦੀ ਪਿਛਲੇ ਦਿਨਾਂ 'ਚ ਡੈਥ ਹੋਈ ਸੀ, ਬੜੀ ਅਫਸੋਸਨਾਕ ਘਟਨਾ ਸੀ, ਉਹਦੇ ਭੋਗ ਤੋਂ ਵਾਪਸ ਆਉਣ ਦੀ ਇੱਕ ਕਹਾਣੀ ਦੱਸੀ। ਉਹ ਕਹਿੰਦੇ ਕਿ ਉੱਥੋਂ ਅਸੀਂ ਅੰਮ੍ਰਿਤਸਰੋਂ ਚੱਲੇ ਆ ਦਿੱਲੀ ਤੱਕ, ਕਿਸੇ ਥਾਂ ਵੀ ਸਾਡੀ ਗੱਡੀ ਨੂੰ ਟੋਲ ਪਲਾਜ਼ਿਆਂ ਤੇ ਨਹੀਂ ਰੋਕਿਆ ਗਿਆ, ਸਾਰੇ ਟੋਲ ਪਲਾਜ਼ੇ ਜਿਹੜੇ ਕਿਸਾਨਾਂ ਦੇ ਕਬਜ਼ੇ 'ਚ, ਔਰ ਕੋਈ ਉੱਥੇ ਪਰਚੀ ਨਹੀਂ ਕੱਟੀ ਗਈ। ਕੱਲਾ ਇੱਥੇ ਨਹੀਂ, ਤੁਸੀਂ ਇੱਥੋਂ ਦਿੱਲੀ ਦੇ ਕਿਸੇ ਪਾਸੇ ਚੱਲ ਜਾਓ, ਉੱਤਰਾਖੰਡ ਚੱਲ ਜਾਓ, ਉੱਥੇ ਦੇ ਟੋਲ ਪਲਾਜ਼ੇ ਦੇ ਵਿੱਚ ਕੋਈ ਪਰਚੀ ਨਹੀਂ ਕੱਟ ਹੋ ਰਹੀ। ਇੱਧਰਲੇ ਪਾਸੇ ਨੂੰ ਚੱਲ ਜਾਓ ਤੁਸੀਂ ਰਾਜਸਥਾਨ ਵਾਲੀ ਸਾਈਡ ਨੂੰ, ਇੱਥੇ ਵੀ ਇਹ ਹਾਲ ਹੈ। ਔਰ ਬਾਕੀ ਦੀਆਂ ਸਾਰੀਆਂ ਥਾਵਾਂ ਦੇ ਉੱਤੇ ਹੀ ਅਸੀਂ ਸਰਕਾਰ ਦੇ ਇਹ ਨਜਾਇਜ਼ ਢੰਗ ਨਾਲ ਜਿਹੜੇ ਜਜ਼ੀਆ ਟੈਕਸ ਲਾਏ ਸੀ ਇਹਨਾਂ ਤੇ ਭਰਵੀਂ ਸੱਟ ਮਾਰੀ ਹੈ ਔਰ ਇਹ ਸਾਬਤ ਕਰ ਦਿੱਤਾ ਕਿ ਇੱਕ ਸ਼ਾਂਤਮਈ ਅੰਦੋਲਨ, ਇਹ ਸਰਕਾਰ ਨੂੰ ਜਿਹੜਾ ਕਿ ਕਾਨੂੰਨੀ ਅਧਿਕਾਰ ਨਹੀਂ ਕਿਸੇ ਦਾ ਵੀ ਕਿ ਉਹ ਜਿਹੜੇ ਕਾਨੂੰਨ ਬਣੇ ਉਹਨੂੰ ਰੋਕਦੇ, ਪਰ ਅਸੀਂ ਰੋਕ ਕੇ ਦਿਖਾਇਆ ਤੇ ਨਾਲ ਇੱਕ ਸੰਦੇਸ਼ ਦਿੱਤਾ ਸਾਰੇ ਭਾਰਤ ਦੇ ਲੋਕਾਂ ਨੂੰ ਕਿ ਇਹ ਜਿਸ ਵੇਲੇ ਸਿੱਧੇ ਰੂਪ ਦੇ ਵਿੱਚ ਹੀ ਲੋਕਾਂ ਨੂੰ ਦਬਾਉਣ ਤੇ ਤਾਨਾਸ਼ਾਹੀ ਤਰੀਕੇ ਅਪਣਾਉਣ ਤੇ ਆਪਣੇ ਸੰਵਿਧਾਨ ਨੂੰ ਨਾ ਮੰਨਣ ਤੇ ਉੱਤਰ ਆਵੇ ਤੇ ਇਹਦਾ ਇਹ ਜਵਾਬ ਬੜਾ ਵਾਜਬ ਜਵਾਬ ਹੈ ਕਿ ਜਿਹੜੇ ਲੋਕ, ਜਿਹੜੀ ਸਰਕਾਰ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਦੀ, ਜਿਹੜੇ ਕਿਸੇ ਕਾਨੂੰਨ ਨੂੰ ਨਹੀਂ ਮੰਨਦੀ ਤੇ ਲੋਕਾਂ ਦੇ ਠੋਕਦੀ ਹੈ ਕਿ ਉਹ ਨਜਾਇਜ਼ ਕਾਨੂੰਨ ਵੀ ਬਣਨ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਖੂਨ ਚੂਸਿਆ ਜਾ ਰਿਹਾ, ਬੜੇ ਸਰਮਾਏਦਾਰਾਂ ਨੂੰ ਲੁਟਾਇਆ ਜਾ ਰਿਹਾ। ਔਰ ਦੂਸਰੀ ਘਟਨਾ ਜਿਹੜੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਇਹਦਾ ਅਰਥ ਬਿਲਕੁਲ ਇਹ ਨਹੀਂ ਸਮਝਣਾ ਚਾਹੀਦਾ ਕਿ ਅਸੀਂ
ਅੰਦੋਲਨ ਜਿਹੜਾ ਹੈਗਾ ਉਹਦੇ ਵਿੱਚ ਕੋਈ ਕੱਟੜ ਰਵੱਈਆ ਅਪਣਾ ਰਹੇ। ਇਹ ਉਹਨਾਂ ਨੇ ਇੱਕ ਹਿੰਦੀ ਦੀ ਅਖਬਾਰ ਨੂੰ ਇੰਟਰਵਿਊ ਦਿੱਤਾ, ਉਹਦੇ ਵਿੱਚ ਵੀ ਇਹ ਗੱਲ ਕਹੀ ਹੈ। ਕਹਿੰਦੇ ਅਸੀਂ ਬਹੁਤ ਸੰਵੇਦਨਸ਼ੀਲ ਹੈ ਹਰ ਚੀਜ਼ ਬਾਰੇ, ਆਪਣੇ ਦੇਸ਼ ਬਾਰੇ, ਪਰ ਜਿਹੜੇ ਇਸ ਦੇਸ਼ ਨੂੰ ਚਲਾਉਣ ਦੇ ਠੇਕੇਦਾਰ ਬਣੇ ਫਿਰਦੇ ਆ ਉਹ ਤਾਂ ਸਿੰਸੀਅਰ ਹੀ ਨਹੀਂ ਹੈ। ਨਾ ਉਹਨਾਂ ਸਿੰਸੀਅਰ ਟਾਕ ਕੀਤੀ, ਨਾ ਉਹ ਕਿਸੇ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਆ। ਉਹ ਸਾਨੂੰ ਥਕਾ ਕੇ, ਹੰਬਾ ਕੇ, ਡਰਾ ਕੇ, ਧਮਕਾ ਕੇ, ਜੇਲ੍ਹਾਂ 'ਚ ਸੁੱਟ ਕੇ ਸਾਡੇ ਲੋਕਾਂ ਨੂੰ ਉਹ ਇਸ ਅੰਦੋਲਨ ਨੂੰ ਕੁਚਲ ਤੇ ਤੁਰੇ ਆ, ਤੇ ਅਸੀਂ ਇਹਦਾ ਠੋਕਵਾ ਜਵਾਬ ਦੇ ਵੀ ਰਹੇ ਹਾਂ। 100 ਦਿਨ ਦਿੱਤਾ ਤੇ ਗਾਂ ਵੀ ਦਿਆਂਗੇ। ਅੱਗੇ ਕੇਸ ਸ਼ਿਕਾਇਤ ਉਹਨਾਂ ਦੀ ਆਪਾਂ ਗੱਲ ਕਰੀਏ ਤਾਂ ਉਹ ਬੜੇ ਸਟਾਈਲ ਵਾਲੇ ਢੰਗ ਦੇ ਨਾਲ ਕਈ ਬਿਆਨ ਦਿੰਦੇ ਆ। ਇੱਕ ਬਿਆਨ ਉਹਨਾਂ ਦਿੱਤਾ ਬਈ ਹੁਣ ਭਾਰਤ ਦੇ ਕਿਸਾਨਾਂ ਨੂੰ ਖੁੱਲ੍ਹ ਮਿਲ ਗਈ ਇਹਨਾਂ ਕਾਨੂੰਨਾਂ 'ਚ, ਅਸੀਂ ਉਹਦਾ ਪੂਰਾ ਫਾਇਦਾ ਉਠਾਵਾਂਗੇ। ਤੁਸੀਂ ਹੈਰਾਨ ਹੋਵੋਗੇ ਵੀ ਇਹਦਾ ਮਤਲਬ ਉਸ ਕਾਨੂੰਨਾਂ ਦੀ, ਮੈਂ ਕਹਿੰਦੇ ਸਰਕਾਰ ਕਹਿੰਦੀ ਹੈ, ਸਾਡਾ ਵੱਡਾ ਜਿਹੜਾ ਤਾਨਾਸ਼ਾਹ ਮੋਦੀ ਉਹ ਕਹਿੰਦਾ ਕਿ ਕਿਸਾਨ ਜਿੱਥੇ ਮਰਜੀ ਹਿੰਦੁਸਤਾਨ 'ਚ ਜਾ ਕੇ ਆਪਣੀ ਫਸਲ ਵੇਚ ਸਕਦੇ। ਤੇ ਲੋਕਾਂ ਕਹਿੰਦਾ ਹੁਣ ਅਸੀਂ ਨਾ ਇੱਕ ਪ੍ਰੋਗਰਾਮ ਬਣਾਇਆ ਕਿ ਫਸਲ ਆਪਣੀ ਉੱਥੇ ਵੇਚੀਏ ਜਾ ਕੇ ਜਿੱਥੇ ਜ਼ਿਆਦਾ ਵੱਡੇ ਵੱਡੇ ਲੋਕ ਜਿਹੜੇ ਆ ਕੇ ਠਹਿਰਦੇ ਆ, ਬੜੇ ਬੜੇ ਸਰਮਾਏਦਾਰ ਠਹਿਰਦੇ ਆ। ਅਸੀਂ ਉੱਥੇ ਜਾਵਾਂਗੇ, ਉੱਥੇ ਹੋ ਸਕਦਾ ਸਾਨੂੰ ਰੇਟ ਜ਼ਿਆਦਾ ਮਿਲ ਜਾਏ। ਸੋ ਇਸ ਕਰਕੇ ਕਹਿੰਦਾ ਅਸੀਂ ਪ੍ਰੋਗਰਾਮ ਲਿਖ ਲਿਆ ਕਿ ਪਾਰਲੀਮੈਂਟ ਦੇ ਬਾਹਰ ਜਾ ਕੇ ਜਿਹੜੀ ਆਪਣੀ ਕਣਕ ਹੈ ਜਾਂ ਹੋਰ ਜਿਨਸ ਆ ਉੱਥੇ ਢੇਰੀਆਂ ਲਾਉਣੀਆਂ, ਤੇ ਉੱਥੇ ਬੋਲੀ ਹੋਕਾ ਦੇਣਾ ਵੀ ਆਓ ਖਰੀਦੋ। ਤੇ ਅੱਛਾ ਉਹ ਨਾਲੇ ਕਹਿੰਦਾ ਕੀ ਤੁਸੀਂ ਸਮਝਦੇ ਆ ਕਿ ਇਹ ਸਮਝਦੇ ਆ ਕਿ ਅਸੀਂ ਡਰ ਜਾਵਾਂਗੇ? ਨਹੀਂ, ਕਹਿੰਦਾ ਅਸੀਂ ਆਪਣੇ ਅੰਦੋਲਨ ਨੂੰ ਇੰਨਾ ਤੇਜ਼ ਕਰਾਂਗੇ ਕਿ ਇਹਨਾਂ ਦੀ ਹਿੰਮਤ ਉਹ ਰੋਕ ਲੈਣੀ। ਅਸੀਂ ਜਿੱਥੇ ਸਾਡਾ ਦਿਲ ਕਰੋ ਅਸੀਂ ਜਾਵਾਂਗੇ, ਕਾਨੂੰਨੀ ਤੌਰ ਤੇ ਰੱਖ ਗਿਆ ਜੇ ਢੇਰੀ ਪਹੁੰਚ ਜਾਗੇ, ਨਾਲੇ ਦੱਸ ਦਿਆਂਗੇ ਤੁਹਾਡੇ ਕਾਨੂੰਨਾਂ ਦਾ ਅਸਲ ਦੇ ਵਿੱਚ ਅਰਥਾ ਨਿਕਲਦਾ। ਫਿਰ ਉਹਨਾਂ ਨੇ ਮਤਲਬ ਲੰਬੀ ਗੱਲ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਸਾਡਾ ਜਿਹੜਾ ਇਹ ਅੰਦੋਲਨ ਹੈ, ਸਾਡੀ ਜਿਹੜੀ ਅੱਜ ਦੀ ਕਾਲ ਹੈ ਬਹੁਤ ਕਾਮਯਾਬ ਰਹੀ ਹੈ, ਔਰ ਲੋਕ ਜਿਹੜੇ ਹੈਗੇ ਆ ਉਹ ਸਾਡੇ ਨਾਲ ਹੈ, ਔਰ ਨਾਲ ਹੀ ਨਹੀਂ ਕਰਦੇ, ਸਾਡੇ ਤੋਂ ਕਈ ਮਾਮਲੇ ਤਾਂ ਅੱਗੇ ਵੀ ਹੈ। ਫਿਰ ਉਹਨਾਂ ਨੇ ਵੀ ਅਸੀਂ ਇਹ ਅੱਜ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਿੱਦਾਂ ਇੱਥੇ ਖੱਟੜ ਦੇ ਜਹਾਜ਼ ਥੱਲੇ ਨਹੀਂ ਉਤਰਨ ਦਿੱਤੇ, ਮੋਦੀ ਨੂੰ ਸੋਚ ਲੈਣਾ ਚਾਹੀਦਾ ਪੱਛਮੀ ਬੰਗਾਲ 'ਚ ਇਹਦੇ ਜਹਾਜ਼ ਹਵਾ 'ਚ ਹੀ ਰਹਿਣਗੇ, ਥੱਲੇ ਨਹੀਂ ਆਉਣਗੇ। ਸਾਡਾ ਏਡਾ ਵੱਡੇ ਅੰਦੋਲਨ ਜਿਹੜੇ ਉੱਥੇ ਸ਼ੁਰੂ ਹੋ ਚੁੱਕੇ ਆ, ਉੱਥੋਂ ਦੇ ਨੌਜਵਾਨਾਂ ਵੱਲੋਂ, ਉੱਥੋਂ ਦੇ ਕਿਸਾਨਾਂ ਵੱਲੋਂ, ਮਜ਼ਦੂਰਾਂ ਵੱਲੋਂ, ਔਰ ਜਿੱਥੇ ਜਿੱਥੇ ਵੀ ਇਹ ਚੋਣ ਪ੍ਰਚਾਰ ਕਰਨਗੇ ਉੱਥੇ ਉੱਥੇ ਜਾ ਕੇ ਅਸੀਂ ਡਟ ਕੇ ਇਹ ਗੱਲ ਕਹਾਂਗੇ ਕਿ ਇਹਨਾਂ ਨੂੰ ਬਿਲਕੁਲ ਵੋਟ ਪੋਲ ਨਹੀਂ ਕਰ। ਇਹ ਰਾਜੇਵਾਲ ਉਹਨਾਂ ਨੇ ਵੀ ਕਿਹਾ, ਮੈਂ ਥੋੜਾ ਭੁੱਲ ਗਿਆ ਉਸ ਪੁਆਇੰਟ ਨੂੰ। ਉਹ ਕਹਿੰਦੇ ਵੀ ਹੋਰ ਜਿਹਨੂੰ ਮਰਜ਼ੀ ਵੋਟ ਪਾ ਦਿਓ, ਇਹਦਾ ਅਰਥ ਇਹ ਨਹੀਂ ਹੈ ਕਿ ਅਸੀਂ ਕੋਈ ਰਾਜਨੀਤਿਕ, ਅਸੀਂ ਤਾਂ ਦੇਸ਼ ਨੂੰ ਬਚਾਉਣ ਲਈ ਇਹ ਕਹਿ ਰਹੇ ਹਾਂ ਵੀ ਜੇ ਤੁਸੀਂ ਦੇਸ਼ ਬਚਾਉਣਾ ਜੇ ਤੁਸੀਂ ਆਪਣੇ ਹੱਕ ਬਚਾਉਣੇ ਆ ਤੇ ਹਰ ਵਰਗ ਨੂੰ, ਹਰ ਫਿਰਕੇ ਨੂੰ, ਚਾਹੇ ਉਹ ਸਟੂਡੈਂਟ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਉਹ ਨਿੱਕੇ ਵਪਾਰੀ ਹੈ, ਚਾਹੇ ਉਹ ਆੜ੍ਹਤੀਏ ਹੈ, ਕੋਈ ਵੀ ਹੈ। ਅੱਜ ਵਕਤ ਆ ਗਿਆ ਕਿ ਜੇ ਅਸੀਂ ਅੱਜ ਵੇਸਲੇ ਹੋ ਗਏ, ਜੇ ਅਸੀਂ ਆਪਣੇ ਅਧਿਕਾਰਾਂ ਨੂੰ, ਆਪਣੇ ਹੱਕਾਂ ਦੇ ਲਈ ਨਾ ਲੜੇ, ਤਾਂ ਇਹ ਇਹੋ ਜਿਹਾ ਹੁਲੀਆ ਵਿਗਾੜ ਦੂਗਾ ਇਸ ਦੇਸ਼ ਦਾ ਕਿ ਜਿੱਥੇ ਭਾਰਤ ਕਦੀ ਹੁੰਦਾ ਸੀ ਲੋਕਤੰਤਰ ਏਦਾਂ ਦਾ ਬਣ ਜਾਵੇ। ਇਹ ਚੀਜ਼ ਜਿਹੜੀ ਆ ਇਹ ਬੜੀ ਪ੍ਰਭਾਵਸ਼ਾਲੀ ਢੰਗ ਦੇ ਨਾਲ, ਇਹ ਵੱਡੀ ਗੱਲ ਟਕੈਤ ਨੇ ਵੀ ਇਹ ਕਹੀ। ਤੇ ਸਾਡਾ ਅੰਦੋਲਨ ਉਸੇ ਤਰ੍ਹਾਂ ਹੀ ਚੱਲ ਰਿਹਾ ਜਿੱਦਾਂ ਅਸੀਂ ਲਿਖਿਆ ਸੀ। ਸਾਡੇ ਲੋਕ ਪੂਰੀ ਤਰ੍ਹਾਂ ਫਾਲੋ ਕਰ ਰਹੇ ਆ। ਸਾਡਾ ਡਿਸਿਪਲਿਨ, ਸਾਡੇ ਲੋਕਾਂ ਦਾ ਬਿੜਤਾ, ਹੌਸਲਾ ਸਾਰਾ ਬਣਿਆ ਹੋਇਆ, ਔਰ ਅਸੀਂ ਕਿਸੇ ਕੀਮਤ ਤੇ ਵੀ ਨਾਲ ਉਹਨਾਂ ਇੱਕ ਗੱਲ ਹੋਰ ਕੀਤੀ। ਉਹ ਕਹਿੰਦੇ ਵੀ ਐਂ ਲੱਗਦਾ ਮੈਨੂੰ ਵੀ ਜਦੋਂ ਨਾ ਕੋਈ ਮੇਲਾ ਹੁੰਦਾ ਤੇ ਮੇਲੇ 'ਚ ਕੋਈ ਗਵਾਚ ਜਾਏ ਤੇ ਜਦੋਂ ਦੁਬਾਰਾ ਮੇਲਾ ਲੱਗਦਾ ਉਹ 'ਚ ਹੀ ਲੱਭਦਾ ਹੁੰਦਾ। ਤੇ ਕਹਿੰਦਾ ਹੁਣ ਸਾਡੀ ਜਿਹੜੀ ਸਰਕਾਰ ਹੈ ਨਾ ਗਵਾਚੀ ਹੋਈ ਆ, ਸਾਰਿਆਂ ਤੋਂ ਪਾਸੇ ਦੌੜੀ ਫਿਰਦੀ ਹੈ, ਤੇ ਅਗਲੀਆਂ ਸਰਦੀਆਂ ਤੇ ਆ ਜੂਗੀ ਕਹਿੰਦਾ ਟਿਕਾਣੇ 'ਚ, ਫਿਕਰ ਨਾ ਕਰੋ। ਉਹ ਤੇ ਸਵਾਲ ਕੀਤਾ ਵੀ ਅਗਲੀਆਂ ਸਰਦੀਆਂ ਕਿਉਂ? ਕਹਿੰਦਾ ਸਕੂਲ ਬਣੇ ਆ, ਕਹਿੰਦਾ ਪੁਰਾਣੇ ਕੀ ਦੱਸੀਏ ਤੁਹਾਨੂੰ। ਤੇ ਬਾਕੀ ਕਹਿੰਦਾ ਨਹੀਂ ਤੇ ਜਾ ਕੇ ਬਾਰਡਰਾਂ ਤੇ ਦੇਖ ਲਓ, ਕਿਸਾਨ ਗਰਮੀਆਂ ਦੀ ਤਿਆਰੀ ਕਰ ਰਹੇ ਆ, ਉਦਾਂ ਦੇ ਮਕਾਨ ਬਣਾ ਰਹੇ ਆ, ਆਪਣੇ ਝੌਂਪੜ ਬਣਾ ਰਹੇ ਆ, ਛੱਪੜ ਬਣਾ ਰਹੇ ਆ, ਉਹਦਾ ਮਟੀਰੀਅਲ ਉੱਥੇ ਆ ਗਿਆ ਜਿਹਦੇ ਵਿੱਚ ਮਿੱਟੀ ਆ, ਚੀਕਨੀ ਮਿੱਟੀ ਆ, ਹੋਰ ਔਰ ਕਈ ਕੁਛ ਆ। ਤਾਂ ਸਾਰੇ ਅਸੀਂ ਤਿਆਰੀ ਤੇ ਕੋਈ ਗੱਲ ਹੀ ਨਹੀਂ ਆਈ। ਇਸ ਕਰਕੇ ਉਹਨੇ ਸਾਬਤ ਕਰਤਾ ਵੀ ਇਹ ਜਿਹੜਾ ਅੰਦੋਲਨ ਹੈ ਚੱਲੂਗਾ, ਬਖੂਬੀ ਚੱਲੂਗਾ, ਅੱਗੇ ਨਾਲੋਂ ਪਹਿਲੇ ਨਾਲੋਂ ਵੀ ਤੇਜ਼ ਚੱਲੂਗਾ। ਔਰ ਇਹੀ ਸਾਡੇ ਲਈ ਬਾਹਰ ਬੈਠਿਆਂ ਲਈ ਵੀ ਸਾਰਿਆਂ ਦੀ ਬੜੀ ਦਲੇਰੀ ਔਰ ਹੌਸਲੇ ਵਾਲੀ ਕਹਾਣੀ ਹੈ ਸਾਰੀ। ਔਰ ਬਾਹਰ ਦੇ ਲੋਕ ਵੀ ਸਾਰੇ ਆਪਣੇ ਡਟੇ ਹੋਏ ਆ ਔਰ ਆਪਣੇ ਢੰਗ ਦੇ ਨਾਲ ਸੰਘਰਸ਼ ਕਰ ਰਹੇ। ਇੱਕ ਮੈਂ ਤੁਹਾਨੂੰ ਹੋਰ ਖਬਰ ਦੱਸਦਾ ਕਿ ਬਰਨਾਲੇ ਜ਼ਿਲ੍ਹੇ ਨਹੀਂ, ਮੁਕਤਸਰ ਦੀ ਹੈ, ਉਹਦੇ ਵਿੱਚ ਇਹ ਹੈ ਕਿ ਉੱਥੇ ਔਰਤਾਂ ਨੇ ਬਹੁਤ ਵੱਡਾ ਮਾਰਚ ਕੀਤਾ ਕਾਲੇ ਝੰਡੇ ਲੈ ਕੇ। ਔਰ ਇਹ ਜਿਹੜਾ ਮੁਕਤਸਰ
ਮੁਕਤਸਰ ਦਾ ਮਤਲਬ ਪਿੰਡ ਹੈ, ਇਹਦੇ ਵਿੱਚ ਔਰਤਾਂ ਹੀ ਅਗਵਾਈ ਕਰ ਰਹੀਆਂ ਸੀ। ਹਾਂਜੀ। ਔਰ ਔਰਤਾਂ ਜਿਹੜੀਆਂ ਹੈਗੀਆਂ ਉਹ ਇਹ ਲੱਖੇ ਵਾਲੀ ਪਿੰਡ ਹੈ ਜੀ ਮੁਕਤਸਰ ਦਾ। ਅੱਛਾ ਜੀ। ਤੇ ਉਹਦੇ ਵਿੱਚ ਔਰਤਾਂ ਨੇ ਮਤਲਬ ਇਹ ਗੱਲ ਕਹੀ ਕਿ ਅਸੀਂ 8 ਤਰੀਕ ਦੀ ਤਿਆਰੀ ਵੀ ਕਰ ਰਹੇ ਹਾਂ ਔਰ ਅਸੀਂ ਇੱਥੋਂ ਬਕਾਇਦਾ ਜਥੇ ਲੈ ਕੇ ਜਾਣਾ ਵੁਮਨ ਡੇ ਮਨਾਉਣ। ਠੀਕ ਹੈ। ਔਰ ਅਸੀਂ ਡਟ ਕੇ ਮਤਲਬ ਸਾਰੇ ਪ੍ਰਚਾਰ ਕੀਤਾ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ, ਬਹੁਤ ਸਾਰਾ ਉਤਸ਼ਾਹ ਹੈ ਔਰਤਾਂ ਦੇ ਵਿੱਚ। ਦੂਸਰੀ ਖਬਰ ਮੈਂ ਦੱਸ ਦਿਆਂ ਕਿ ਨਵਦੀਪ ਕੌਰ ਆਪਣੀ ਬੇਟੀ ਜਿਹਨੇ ਬਹੁਤ ਤਸ਼ੱਦਦ ਸਿਆ, ਬੜੀ ਬੁਰੀ ਤਰ੍ਹਾਂ ਉਹਨੂੰ ਕੁਚਲਿਆ ਗਿਆ, ਉਹ ਆਪਣੇ ਪਿੰਡ ਗਈ ਹੈ। ਉਹ ਵੀ ਮੁਕਤਸਰ ਜ਼ਿਲ੍ਹੇ ਦਾ ਪਿੰਡ ਹੈ ਤੇ ਉਹ ਗੌਂਦੜ ਨਾਮ ਦਾ ਪਿੰਡ ਹੈ, ਗੌਂਦੜ ਹੈ ਔਰ ਉਹਦੇ ਵਿੱਚ ਲੋਕਾਂ ਨੇ ਬੜੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਉਹਦਾ ਸਵਾਗਤ ਕੀਤਾ ਜਿਵੇਂ ਕੋਈ ਬਹੁਤ ਵੱਡਾ ਜਿਹੜਾ ਨਾ ਹੀਰੋ ਕੋਈ ਆਉਂਦਾ ਮੋਰਚਾ ਜਿੱਤ ਕੇ। ਉਹ ਦੱਸਦੇ ਆ ਕਿ ਗਰੀਬ ਘਰ 'ਚ ਉੱਠੀ ਹੋਈ ਸਾਡੀ ਧੀ ਨੇ ਆਪਣਾ ਬਹੁਤ ਵੱਡਾ ਹੌਸਲਾ ਦਿਖਾਇਆ, ਇੰਨਾ ਜ਼ੁਲਮ ਹੋਇਆ ਉਹਦੇ ਤੇ ਇਸ ਢੰਗ ਨਾਲ ਉਹਨੂੰ ਲੁਤਾੜਿਆ ਗਿਆ। ਔਰ ਫਿਰ ਉਹ ਜਦੋਂ ਗੁਰਦੁਆਰੇ 'ਚ ਮੱਥਾ ਟੇਕਣ ਗਈ ਆ ਉਸ ਵੇਲੇ ਵੀ ਲੋਕ ਜਿਹੜੇ ਆ ਬੜੀ ਵੱਡੀ ਗਿਣਤੀ 'ਚ ਨਾਲ ਸੀ ਔਰ ਉਹਨਾਂ ਨੇ ਬਹੁਤ ਗਰੀਬ ਪਰਿਵਾਰ ਹੈ, ਘਰ ਹੈ, ਗਰੀਬ ਘਰ ਹੈ, ਜੇ ਕਿਤੇ ਤੁਸੀਂ ਵੀਡੀਓ ਦੇਖੋ ਤੇ ਇਹਦੀ ਮਾਤਾ ਜਿਹੜੀ ਆ ਉਹ ਵੀ ਲੰਬੇ ਸਮੇਂ ਤੋਂ ਮਜ਼ਦੂਰ ਕਿਸਾਨ ਸੰਘਰਸ਼ ਮੋਰਚੇ ਦੇ ਵਿੱਚ ਨਾਲ ਹੈ, ਮਜ਼ਦੂਰਾਂ ਦੀ ਜਥੇਬੰਦੀ ਦੀ ਆਗੂ ਹੈ ਉਹ। ਔਰ ਜਦੋਂ ਤੋਂ ਛੋਟੀਆਂ ਬੱਚੀਆਂ ਸੀ ਜਦੋਂ ਇਹਨਾਂ ਨੇ ਸਿੱਖਿਆ ਸਾਰਾ ਕੁਛ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਆ, ਕੋਈ ਮੁਸ਼ਕਲ ਨਹੀਂ ਆਉਣ ਜਾਗੇ, ਕੋਈ ਵੀ ਤੁਸੀਂ ਕੋਈ ਵੀ ਸਮੱਸਿਆ ਸਾਨੂੰ ਦੱਸੋ। ਇਹ ਲੋਕਾਂ ਦੇ ਏਕੇ ਦੀ ਔਰ ਲੋਕਾਂ ਵਿੱਚ ਉਹ ਜਿਹੜੇ ਜਾਤ ਪਾਤ ਦੇ ਵਹਿਮ ਪਾ ਕੇ ਇੱਕ ਦੂਸਰੇ ਨੂੰ ਨਿਖੇੜ ਦਿੱਤਾ ਗਿਆ ਸੀ, ਉਹਦੀ ਸਾਰਿਆਂ ਦੀ ਇੱਕ ਬੜੀ ਵੱਡੀ ਮਤਲਬ ਜਿੱਤ ਮੈਂ ਸਮਝਦਾ ਛੋਟੀ ਗੱਲ ਨਹੀਂ ਹੈ। ਬਿਲਕੁਲ ਠੀਕ ਹੈ ਭੱਟੀ ਸਾਹਿਬ। ਜਿਹੜਾ ਬੰਗਾਲ 'ਚ ਚੋਣਾਂ ਹੋ ਰਹੀਆਂ ਇਹਦੇ ਸੰਬੰਧ ਵਿੱਚ ਇਲੈਕਸ਼ਨ ਕਮਿਸ਼ਨ ਨੇ, ਉਂਝ ਬੰਗਾਲ ਨਹੀਂ ਸਾਰੇ ਸੂਬਿਆਂ 5 ਵਿੱਚ ਹੀ ਇਲੈਕਸ਼ਨ ਕਮਿਸ਼ਨ ਨੇ ਬਹੁਤ ਸਖਤ ਰੁਖ ਅਪਣਾਇਆ ਵਾ ਪੋਲੀਟੀਕਲ ਪਾਰਟੀਆਂ ਪ੍ਰਤੀ, ਖਾਸ ਕਰਕੇ ਮੌਜੂਦਾ ਸਰਕਾਰ ਪ੍ਰਤੀ। ਜੇ ਇਹਨੇ ਕਿਸੇ ਨਾ ਕਿਸੇ ਢੰਗ ਨਾਲ ਇਹ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਗਲਤ ਢੰਗ ਨਾਲ ਭਰਮਾਉਣ ਦੀ ਕੋਸ਼ਿਸ਼ ਕੀਤੀ ਆ, ਚੋਣ ਕਮਿਸ਼ਨ ਇੰਨਾ ਸਖਤ ਕਿਉਂ ਹੋਇਆ ਤੇ ਕਿਵੇਂ ਹੋਇਆ? ਐਮਪੀ ਸਿੰਘ ਅਜੇ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਸਖਤ ਹੋ ਗਿਆ, ਤੇ ਇੰਨਾ ਕੀ ਕਹਿ ਸਕਦੇ ਹਾਂ ਕਿ ਚੋਣ ਕਮਿਸ਼ਨ ਨੇ ਜਿਹੜੀ ਇਹ ਵਿਦਰੋਹੀ ਹਵਾ ਚੱਲ ਰਹੀ ਹੈ ਭਾਰਤ 'ਚ ਉਹਨੂੰ ਕਿਤੇ ਕਿਤੇ ਮਹਿਸੂਸ ਕਰਨਾ ਸ਼ੁਰੂ ਕਰ ਲਿਆ ਤੇ ਉਹ ਜਿਹੜੇ ਕੰਦੂਆ ਜਾਲ ਦੇ ਵਿੱਚ ਫਸ ਕੇ ਆਪਣੇ ਧੌਣ ਜਿਹੜੀ ਆ ਮੋਦੀ ਸਰਕਾਰ ਮੋਹਰੇ ਪੂਰੀ ਤਰ੍ਹਾਂ ਝੁਕਾ ਚੁੱਕਾ ਸੀ, ਉਹ ਹੁਣ ਇਸ ਪੱਧਰ ਤੇ ਗੱਲ ਆ ਗਈ ਆ ਕਿ ਉਹਨੂੰ ਹੁਣ ਪਤਾ ਲੱਗ ਗਿਆ ਕਿ ਜੇ ਹੁਣ ਵੀ ਏਦਾਂ ਰਿਹਾ ਕਿਤੇ ਜਿਹੜਾ ਇਹ ਤੂਫਾਨ ਉੱਠਿਆ ਇਹਦੇ ਵਿੱਚ ਖੁਦ ਵੀ ਨਾ ਰਗੜੇ ਚ ਆ ਜਾਵੇ ਤਾਂ ਆ ਵੀ ਜਾਣਾ ਜੇ ਉਹਨੇ ਹੁਣ ਏਦਾਂ ਦੀ ਗੱਲ ਕੀਤੀ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹਦੀ ਜੋ ਕਾਰਗੁਜ਼ਾਰੀ ਰਹੀ ਆ ਇਹ ਬਹੁਤ ਹੀ ਮਤਲਬ ਇੱਕ ਕਿਸਮ ਦੀ ਇੱਕ ਪਾਸੜ ਔਰ ਮੋਦੀ ਸਰਕਾਰ ਨੂੰ ਨਜਾਇਜ਼ ਫਾਇਦੇ ਉਠਾਉਣ ਲਈ ਤੁਸੀਂ ਇਹ ਦੇਖੋ ਕਿ ਜਿਸ ਵੇਲੇ ਆ ਪਿਛਲੀ ਇਲੈਕਸ਼ਨ ਹੋਈ ਹੈ ਆਪਣੇ 19 ਦੀ ਉਹਦੇ ਵਿੱਚ ਦੋਸ਼ ਲੱਗੇ ਸੀ ਮੋਦੀ ਤੇ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਬਹੁਤ ਗਲਤ ਤਰੀਕੇ ਵਰਤੇ ਆ, ਇੱਥੋਂ ਤੱਕ ਕਿ ਇਹਨਾਂ ਨੇ ਪੋਸਟਰ ਬੁਲਾਏ ਜਿਹੜਾ ਪੁਲਵਾਮਾ ਦੇ ਵਿੱਚ ਏਡਾ ਵੱਡਾ ਹੌਲਨਾਕ ਕਾਂਡ ਕੀਤਾ ਉਹਦੇ ਬਾਰੇ ਅਜੇ ਤੱਕ ਵੀ ਇਹ ਰੌਲਾ ਹੈਗਾ ਉਹਦੀ ਇਨਕੁਆਇਰੀ ਕਿਉਂ ਨਹੀਂ ਹੋਈ, ਹੋ ਸਕਦਾ ਖੁਦ ਹੀ ਉੱਚ ਸ਼ਾਮਿਲ ਹੋਣ ਔਰ ਉਦੋਂ ਹੀ ਪ੍ਰਚਾਰ ਕਰਕੇ ਵੋਟਾਂ ਮੰਗੀਆਂ ਗਈਆਂ। ਫੌਜ ਨੂੰ ਇੱਥੋਂ ਤੱਕ ਕਈ ਇਹਨਾਂ ਦੇ ਵਾਹਿਯਾਤ ਕਿਸਮ ਦੇ ਜਿਹੜੇ ਪ੍ਰਚਾਰਕ ਉਹਨਾਂ ਵੀ ਕਿਹਾ ਕਿ ਮੋਦੀ ਦੀ ਫੌਜ ਹੈ, ਕਿਸੇ ਨੇ ਕਿਹਾ ਸੀ ਜਿਹੜਾ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਿਆ ਮੋਦੀ ਦੀ ਆਰਮੀ ਕਿਹਾ ਸੀ, ਮੋਦੀ ਦੀ ਆਰਮੀ ਜਿੱਤ ਰਹੀ ਹੈ। ਇਹਨਾਂ ਨੇ ਮਤਲਬ ਆਰਮੀ ਨੂੰ ਵੀ ਆਪਣੀ ਰਾਜਨੀਤੀ ਨਾਲ ਜੋੜ ਲਿਆ ਔਰ ਉਸ ਵੇਲੇ ਬੜਾ ਵਿਰੋਧ ਹੋਇਆ ਸੀ, ਪਰ ਇਲੈਕਸ਼ਨ ਕਮਿਸ਼ਨ ਨੇ ਇੱਕ ਵੀ ਕਾਰਵਾਈ ਨਹੀਂ ਕੀਤੀ, ਬਿਲਕੁਲ ਹੀ ਨਹੀਂ ਕੀਤੀ। ਫਿਰ ਜਿਹੜਾ ਥਾਂ ਦੇ ਉੱਤੇ ਬਹੁਤ ਗਲਤ ਤਰੀਕੇ ਵਰਤ ਕੇ ਜਿੱਤੇ ਆ, ਬਿਹਾਰ ਦੀ ਆਪਾਂ ਹੁਣੇ ਹੋਰ ਚੁੱਕੀ ਚੋਣ ਦੀ ਗੱਲ ਲਈਏ, ਇਸ ਤਰੀਕੇ ਦੇ ਨਾਲ ਉੱਥੇ ਜਿੱਤਿਆ ਹੋਇਆ ਨੂੰ ਹਾਰੇ ਹੋਏ ਸਾਬਤ ਕਰ ਦਿੱਤਾ ਤੇ ਹਾਰਿਆਂ ਨੂੰ ਜਿੱਤੇ ਕਰਤਾ। ਆਖਰੀ ਸਮੇਂ 'ਚ ਜਾ ਕੇ ਉਹਨਾਂ ਨੇ ਪ੍ਰੂਫ ਦਿੱਤੇ, ਉਹਦੇ 1000 ਪ੍ਰੂਫ ਦਿੱਤਾ, ਪਰ ਇਹ ਬਿਲਕੁਲ ਨਹੀਂ ਬੋਲਿਆ। ਪਰ ਹੁਣ ਕੀ ਹੋਇਆ, ਹੁਣ ਜਿਸ ਵੇਲੇ TMC ਨੇ ਮਤਲਬ ਬੰਗਾਲ ਦੀ ਜਿਹੜੀ ਮਤਲਬ ਇਸ ਵੇਲੇ ਤਗੜਾ ਮੁਕਾਬਲਾ ਦੇਣ ਵਾਲੀ ਪਾਰਟੀ ਆ, ਉਸ ਤ੍ਰਿਣਮੂਲ ਕਾਂਗਰਸ ਉਸ ਪਾਰਟੀ ਵੱਲੋਂ ਇਹ ਇਤਰਾਜ਼ ਪਹਿਲਾਂ ਵੀ ਉਠਾਏ ਗਏ। ਪਹਿਲਾਂ ਵੀ ਇਤਰਾਜ਼ ਉਹਨਾਂ ਉਠਾਏ 2 ਪੁਆਇੰਟ। ਇੱਕ ਪੁਆਇੰਟ ਸੀ ਕਿ ਮੋਦੀ ਜਿਸ ਵੇਲੇ ਕਰੋਨਾ ਦਾ ਇੰਜੈਕਸ਼ਨ ਲਵਾ ਰਿਹਾ ਉਹਦੇ ਬੜੇ ਵੱਡੇ ਫੋਟੋ ਲਾ ਕੇ ਬੋਰਡ ਲਾ ਕੇ
ਤੇ ਉਹ ਪੈਟਰੋਲ ਪੰਪਾਂ ਤੇ ਜਨਤਕ ਥਾਵਾਂ ਦੇ ਉੱਤੇ ਵੱਡੀ ਪੱਧਰ ਤੇ ਇਹਨਾਂ ਦਾ ਲਾ ਦਿੱਤੇ, ਜਿਵੇਂ ਇਹ ਸਾਬਤ ਕਰਨਾ ਚਾਹੁੰਦੇ ਹੋਣ ਕਿ ਇੱਕ ਮਹਾਰਥੀ ਭਾਰਤ ਚ ਜੰਮਿਆ ਜਿਹਨੇ ਟੀਕਾ ਲਵਾਉਣ ਦੀ ਹਿੰਮਤ ਕੀਤੀ, ਜਿੱਦਾਂ ਬਾਕੀ ਕਿਸੇ ਨੇ ਲਵਾਇਆ ਜਾਂ ਔਰ ਉਹਦੇ ਨਾਲ ਕਿਹਾ ਵੀ ਇਹ ਸਿਰਫ ਵੋਟਾਂ ਲੈਣ ਲਈ ਹੈ। ਪਰ ਮੈਂ ਅੱਗੇ ਵੀ ਦੱਸਿਆ ਸੀ ਨਾ ਕਿ ਵੋਟਾਂ ਲੈਣ ਲਈ ਕਿ ਉਹ ਪੇਸ਼ ਕੀ ਕਰ ਰਿਹਾ ਕਿ ਮੈਂ ਦੇਖੋ ਇਹੋ ਜਿਹੀ ਨਰਸ ਕੋਲ ਟੀਕਾ ਲਵਾ ਰਿਹਾ ਜਿਹੜੇ ਬੜੇ ਪਛੜੇ ਹੋਏ ਇਲਾਕੇ ਤੋਂ ਨੇ, ਮਤਲਬ ਉਹਦਾ ਪ੍ਰਚਾਰ ਕਰ ਰਿਹਾ, ਉਸ ਇਲਾਕੇ ਦਾ ਕਰ ਰਿਹਾ, ਸ਼ਾਮ ਦਾ ਪ੍ਰਚਾਰ ਰਿਹਾ। ਸੋ ਇਹ ਇਲੈਕਸ਼ਨ ਕਮਿਸ਼ਨ ਨੇ ਇਹਦੇ ਬਾਰੇ ਤਾਂ ਪਹਿਲਾਂ ਹੀ ਫੈਸਲਾ ਦੇ ਦਿੱਤਾ ਸੀ ਕਿ ਜਿਹੜੀਆਂ ਹੋਲਡਿੰਗਾਂ ਸਾਰੀਆਂ ਲਾ ਦਿਓ। TMC ਨੇ ਦੂਸਰਾ ਨੁਕਤਾ ਉੱਠਿਆ ਕਿ ਜਿਸ ਵੇਲੇ ਕੋਈ ਕੋਰੋਨਾ ਦਾ ਪੇਸ਼ੈਂਟ ਇੰਜੈਕਸ਼ਨ ਲਵਾਉਂਦਾ ਹੈ ਉਹਨੂੰ ਸਰਟੀਫਿਕੇਟ ਦਿੱਤਾ ਜਾਂਦਾ ਕਿ ਇਹ ਕਰੋਨਾ ਪੇਸ਼ੈਂਟ ਸੀ, ਇਹਨੇ ਇਸ ਢੰਗ ਦੇ ਨਾਲ ਇਲਾਜ ਕਰਾਇਆ ਔਰ ਕੁਛ ਕੀਤਾ, ਉਹਦੇ ਉੱਤੇ ਫੋਟੋ ਮੋਦੀ ਦੀ ਲਾਈ ਜਾਂਦੀ ਹੈ ਕਿ ਜਿਵੇਂ ਵੈਕਸੀਨ ਆਜ਼ਾਦ ਕਰ ਲਈ ਮਹਾਵਿਗਿਆਨੀ ਜਮਿਆ ਜਿਹਦੀ ਇਹਦੀ ਸ਼ਕਲ ਜ਼ਰੂਰ ਦੇਖ ਲਓ। ਇਹ ਕੀ ਮਾਮਲਾ ਸੀ? ਇਹ ਮਾਮਲਾ ਇਹ ਸੀ ਕਿ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾਵੇ ਕਿ ਕਰੋਨਾ ਮਹਾਮਾਰੀ ਵਿਰੁੱਧ ਜੇ ਕੋਈ ਦੁਨੀਆ ਤੇ ਲੜਿਆ ਤਾਂ ਇਹ ਮਹਾਰਥੀ ਹੈ। ਔਰ ਕਿਵੇਂ ਲੜਿਆ ਇਹਨਾਂ ਨੇ ਕੀਤਾ, ਕਰੋਨਾ ਦਾ ਫਾਇਦਾ ਕਿੱਦਾਂ ਲਿਆ, ਇਹਦੇ ਬਾਰੇ ਮੈਨੂੰ ਬਹੁਤ ਡਿਟੇਲ ਚ ਦੱਸਣ ਦੀ ਲੋੜ। ਸੋ ਇਹ ਇਲੈਕਸ਼ਨ ਕਮਿਸ਼ਨ ਨੇ ਹੈਲਥ ਮਹਿਕਮੇ ਨੂੰ ਫੌਰੀ ਉਹ ਆਰਡਰ ਕੀਤੇ ਆ ਕੱਲ ਕਿ ਇਹ ਜਿਹੜੀ ਪ੍ਰਕਿਰਿਆ ਨੂੰ ਰੋਕ ਦਿੱਤਾ ਜਾਵੇ। ਜਿਹੜੇ ਸਰਟੀਫਿਕੇਟ ਦੇ ਰਹੇ ਆ ਇਹਦੇ ਉੱਤੇ ਇਹਦੀ ਫੋਟੋ ਬਿਲਕੁਲ ਪ੍ਰਧਾਨ ਮੰਤਰੀ ਦੀ ਹੋਣੀ ਚਾਹੀਦੀ। ਉਹ ਜਿਹੜੇ ਇਹਦਾ ਬੜਾ ਆਪਾਂ ਕਹਾਂਗੇ ਸ਼ਲਾਘਾਯੋਗ ਫੈਸਲਾ ਚੋਣ ਕਮਿਸ਼ਨ ਦਾ, ਏਦਾਂ ਹੀ ਕਿਤੇ ਯੂਰਪ ਚ ਹੁੰਦਾ ਆਪਣੀ ਅਸਲੀਅਤ ਤੇ ਆ ਜਾਵੇ ਤਾਂ ਹੋ ਸਕਦਾ ਲੋਕਾਂ ਦਾ ਭਲਾ ਹੋ ਜਾਏ। ਅਤੇ ਦੂਸਰੀ ਮੈਂ ਦੱਸਾਂ ਕਿ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਕਰੋਨਾ ਫੈਲਿਆ, ਜਿੱਥੇ ਵੈਕਸੀਨੇਸ਼ਨ ਹੋਈ ਆ, ਕਿਤੇ ਕੋਈ ਸਰਟੀਫਿਕੇਟ ਨਹੀਂ ਦਿੱਤਾ ਜਾਂਦਾ। ਇਹ ਵੀ ਪਰੰਪਰਾ ਇਹਨਾਂ ਆਪ ਹੀ ਕੱਢ ਲਈ ਸੀ ਕਿਉਂਕਿ ਬੜੇ ਬਾਹਰ ਇਸ ਕੰਮ ਦੇ ਕੁਛ ਇਹਨਾਂ ਦੀ ਟੀਮ ਇਹੋ ਜਿਹੇ ਕੰਮ ਤੇ ਲੱਗੀ ਰਹਿੰਦੀ ਵੀ ਲੋਕਾਂ ਨੂੰ ਪ੍ਰਭਾਵਿਤ ਕਿੱਦਾਂ ਕੀਤਾ ਜਾਵੇ। ਸੋ ਉਹਦੇ ਬਾਰੇ ਇਲੈਕਸ਼ਨ ਕਮਿਸ਼ਨ ਦਾ ਬਹੁਤ ਵਧੀਆ ਸਟੈਂਡ ਹੈ ਔਰ ਇਹਨੂੰ ਸਰਾਹਿਆ ਜਾਣਾ ਚਾਹੀਦਾ। ਭੱਟੀ ਸਾਹਿਬ, ਜਿਹੜੀ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈਗਾ, ਉੱਥੇ ਫਿਰ ਖੱਪਖਾਨਾ ਹੀ ਪਿਆ ਰਹਿੰਦਾ। ਅੱਜ ਖੱਪਖਾਨੇ ਦੇ ਬਾਵਜੂਦ ਵੀ ਇਹ ਖਬਰ ਹੈ ਕਿ ਸਰਕਾਰ ਨੇ, ਮੌਜੂਦਾ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਜਿਹੜੇ ਕਾਨੂੰਨ ਬਣਾਏ ਹੋਏ ਆ ਕੇਂਦਰ ਸਰਕਾਰ ਵੱਲੋਂ, ਉਹਨਾਂ ਨੂੰ ਰੱਦ ਕਰਨ ਦੇ ਲਈ ਫਿਰ ਮਤਾ ਸਰਬਸੰਮਤੀ ਨਾਲ ਪਾਸ ਕਰਤਾ। ਸਰਬਸੰਮਤੀ ਕੀ ਮਤਲਬ ਉਹ ਰਿਹਾ ਕਿ ਸੀ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਦੋਨੇ ਹੀ ਉਹ ਤਾਂ ਬਾਹਰ ਨਿਕਲ ਗਏ ਸੀ, ਜਿੰਦਾਬਾਦ ਮੁਰਦਾਬਾਦ ਕਰਦੇ। ਉਹਦੇ ਪਿੱਛੇ ਕਾਰਨ ਜਿਹੜੇ ਆ ਉਹ ਡਿਫਰੈਂਟ ਹੋ ਸਕਦੇ ਆ, ਪਰ ਸਰਕਾਰ ਫਿਰ ਕਾਮਯਾਬ ਹੋ ਗਈ ਆ ਜਾਂ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਕਿ ਤੁਸੀਂ ਜੋ ਮਰਜ਼ੀ ਕਰੋ। ਉਹਨਾਂ ਨੇ ਇੱਕ ਹੈ ਜਿਹੜੇ ਦੁਬਾਰਾ ਕਾਨੂੰਨ ਜਿਹੜੇ ਸੀਗੇ ਬਣੇ ਉਹਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ, ਰੱਦ ਕਰਨ ਦਾ ਮਤਾ ਪਾਸ ਕਰਤਾ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਦੇਖੋ ਜੋ ਪੰਜਾਬ ਜਿਹੜੀ ਹੈ ਨਾ ਵਿਧਾਨ ਸਭਾ ਦੇ ਵਿੱਚ ਹੋ ਰਿਹਾ ਨਾ, ਪ੍ਰਸ਼ੰਸਨਯੋਗ ਆ ਜੋ ਇਹ ਵਿਰੋਧੀ ਪਾਰਟੀਆਂ ਦੋਵੇਂ ਅਕਾਲੀ ਤੇ ਦੂਸਰੇ ਕਰ ਰਹੇ ਆ। ਦੂਸਰੀ ਗੱਲ ਇਹ ਸੀ ਕਿ ਇਹ ਨਹੀਂ ਸੀ ਕਿ ਮਤਲਬ ਵਿਧਾਨ ਸਭਾ ਨੂੰ ਕੋਈ ਇਹ ਮਤਾ ਪਾਉਣ ਚ ਮੁਸ਼ਕਲ ਆਉਣੀ ਸੀ। ਉਹਦਾ ਕਾਰਨ ਬੜਾ ਸਪਸ਼ਟ ਹੈ ਕਿਉਂਕਿ ਮਤਲਬ ਵੱਡੀ ਮੈਜੋਰਟੀ ਦੇ ਵਿੱਚ ਹੈ ਖੁਦ ਕਾਂਗਰਸ, ਉਹਨਾਂ ਨੂੰ ਕੋਈ ਲੋੜ ਨਹੀਂ ਸੀ ਜੇ ਵਿਰੋਧ ਕਰਦੇ ਕਰੀ ਵੀ ਜਾਣ। ਸਿਰਫ ਇੰਨਾ ਹੁੰਦਾ ਕਿ ਇੱਕ ਸੁਨੇਹਾ ਦੇਣਾ ਸੀ ਸਾਰੇ ਵੀ, ਭਾਰਤ ਨੂੰ ਵੀ ਤੇ ਦੁਨੀਆ ਨੂੰ ਵੀ, ਤੇ ਜਿੱਥੋਂ ਕੱਢ ਰਹੇ ਆ ਕਿਸਾਨ ਉੱਤੇ ਸ਼ਹਾਦਤਾਂ ਦੇ ਰਹੇ ਆ ਤੇ ਦੁਨੀਆ ਦੇ ਲੋਕੋ, ਭਾਰਤ ਦੇ ਲੋਕੋ, ਅਸੀਂ ਉਹਨਾਂ ਕਿਸਾਨਾਂ ਦੇ ਹੱਕ ਚ ਖੜੇ ਆ। ਓਦਾਂ ਵੀ ਤੇ ਹੋਕਰਾ ਮਾਰਦੇ ਫਿਰਦੇ ਰਹੇ ਨਾ ਆਲੇ ਦੁਆਲੇ, ਤੇ ਅਸੀਂ ਮੋਦੀ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਨਿੰਦਦੇ ਆ। ਔਰ ਇੱਥੋਂ ਦੇ ਗਵਰਨਰ ਨੇ ਜੋ ਕਾਰਵਾਈ ਕੀਤੀ ਹੈ ਉਹ ਵੀ ਮਤਲਬ ਬੜੀ ਮਾੜੀ ਕੀਤੀ ਹੈ ਕਿ ਕਿਸਾਨਾਂ ਦੇ ਜਿਹੜੇ ਇਹਨਾਂ ਨੇ ਨਵੇਂ ਕਾਨੂੰਨ ਬਣਾਏ ਆ ਉਹਨਾਂ ਚ ਅਮੈਂਡਮੈਂਟਸ ਦਾ ਭਾਵੇਂ ਕਿ ਅਮੈਂਡਮੈਂਟ ਤਾਂ ਉਹਨਾਂ ਨੂੰ ਰੱਦ ਕਰਨਾ ਚਾਹੀਦਾ, ਵੀ ਮੰਗ ਉੱਠ ਰਹੀ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਬਾਰੇ ਇੱਕ ਸਾਂਝੇ ਰੂਪ ਚ ਪਤਾ ਜਾਂਦਾ ਉਹਦਾ ਪ੍ਰਭਾਵ ਚੰਗਾ ਹੋਣਾ ਸੀ। ਨਹੀਂ ਵੀ ਗਿਆ ਤੇ ਵਿਧਾਨ ਸਭਾ ਦੇ ਵਿੱਚ ਪਾਸ ਮਤਲਬ ਜਿਹੜਾ ਹੈਗਾ ਉਹ ਹੋ ਹੀ ਜਾਣਾ ਸੀ ਔਰ ਹੋ ਗਿਆ। ਦੂਸਰੀ ਗੱਲ, ਸਾਡੇ ਬੜੇ ਪੁਰਾਣੇ ਪੱਤਰਕਾਰ ਨੇ ਕਮਲ ਸੰਧੂ, ਜਿਹਨਾਂ ਦਾ ਕੱਲ ਨਾਂ ਅਸੀਂ ਨਹੀਂ ਸੀ ਯਾਦ ਕਰ ਸਕੇ ਦੋਵੇਂ ਨੇ, ਤੇ ਉਹਨਾਂ ਨੇ ਇਹ ਮਸਲਾ ਰੱਖਿਆ ਸੀ ਜਿਹੜਾ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਰਣਜੀਤ ਸਿੰਘ ਜਿਹੜਾ ਕਿਸਾਨ ਸੀ ਉਹਦੇ ਧੌਣ ਦੇ ਉੱਤੇ ਕਿਸ ਢੰਗ ਦੇ ਨਾਲ ਬੂਥ ਰੱਖ ਕੇ ਉਹਨੂੰ ਕੁੱਟਿਆ, ਮਾਰਿਆ ਗਿਆ, ਉੱਥੇ ਤੱਕ ਮਾਰ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਵਾਲ ਖੋਲੇ ਗਏ। ਉਹ ਮਤੇ ਨੂੰ ਵਿਧਾਨ ਸਭਾ ਨੇ ਪਾਸ ਕਰ ਦਿੱਤਾ ਵੀ ਇਹਦੇ ਉੱਤੇ ਬਕਾਇਦਾ ਇਨਕੁਆਇਰੀ, ਇਕੱਲਾ ਉਹਦੇ ਤੇ ਨਹੀਂ, ਜਿੰਨੇ ਕਿਸਾਨ ਸ਼ਹੀਦ ਹੋਏ, ਜਿੰਨੇ ਜਗ੍ਹਾ ਤੇ ਗਏ, ਸਾਰਿਆਂ ਬਾਰੇ ਇਨਕੁਆਇਰੀ ਕਰਨ ਲਈ ਇੱਕ ਸਪੀਕਰ ਵੱਲੋਂ ਇੱਕ ਕਮੇਟੀ ਜਿਹੜੀ ਹੈਗੀ ਆ ਉਹਨੂੰ ਫਾਰਮ ਕਰਨ ਦਾ ਫੈਸਲਾ ਹੋ ਗਿਆ। ਉਹ ਕਮੇਟੀ ਚ ਕੌਣ ਕੌਣ ਆਉਂਦੇ ਆ ਬਾਅਦ ਦੀ ਗੱਲ ਹੈ। ਉਹ ਕਮੇਟੀ ਪੂਰੀ ਇਨਵੈਸਟੀਗੇਸ਼ਨ ਕਰੂਗੀ
ਔਰ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਉਹਦੀਆਂ ਜੋ ਵੀ ਫੈਸਲੇ ਹੋਏ ਉਹਦੇ ਦੋ ਢੰਗ ਹੈ। ਜੇ ਹੁਣ ਪੰਜਾਬ ਸਰਕਾਰ ਕੀ ਕਰਾਉਂਦੀ ਹੈ ਵੱਖਰੀ ਗੱਲ ਹੈ, ਉਹ ਸੁਪਰੀਮ ਕੋਰਟ ਵੀ ਜਾ ਸਕਦੇ ਆ ਉਸ ਲੈ ਕੇ ਉਸ ਸਾਰੀ ਚੀਜ਼ ਨੂੰ, ਔਰ ਜਿਹੜੇ ਦੋਸ਼ੀ ਆ ਉਹਨਾਂ ਤੇ ਕਾਰਵਾਈ ਕਰਾਉਣ ਦੀ ਮੰਗ ਕਰ ਸਕਦੇ, ਪਾਰਲੀਮੈਂਟ 'ਚ ਵੀ ਜਾ ਸਕਦੇ, ਦੋਵਾਂ ਥਾਵਾਂ ਤੇ ਵੀ ਜਾ ਸਕਦੇ, ਔਰ ਵਿਸ਼ਾਲ ਵੱਡੀ ਪੱਧਰ ਤੇ ਸਾਰੇ ਭਾਰਤ ਦੇ ਵਿੱਚ ਦੁਨੀਆ 'ਚ ਪ੍ਰਚਾਰੇ ਜਾ ਸਕਦੇ ਆ ਕਿਆ ਕੁਛ ਵਾਪਰਿਆ। ਇਸ ਕਰਕੇ ਇਹ ਪੁਸ਼ਟੀ ਜਿਹੜੀ ਹੈਗੀ ਆ ਉਸ ਚੀਜ਼ ਦੀ ਹੋ ਜਾਊਗੀ। ਜਿਹੜੀਆਂ ਰਿਪੋਰਟਸ ਜਿਹੜੀਆਂ USA ਤੋਂ ਵੀ ਆ ਰਹੀਆਂ, ਇੰਗਲੈਂਡ ਦੇ ਵਿੱਚ ਵੀ ਕਾਰਵਾਈਆਂ ਹੋ ਰਹੀਆਂ, ਇਹ ਉਹਦੀ ਪੁਸ਼ਟੀ ਲਈ ਬਹੁਤ ਵੱਡਾ ਕਦਮ ਹੋਊ। ਬਾਕੀ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬਹੁਤ ਸਾਰੇ ਫੈਸਲੇ ਕੀਤੇ ਵੀ ਆ ਜਿੱਥੇ ਉਹ ਮਤਲਬ ਉਹਨਾਂ ਨੂੰ ਵਾਜਬ ਲੱਗੇ ਹੈ, ਤੇ ਕਈ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਨਹੀਂ ਵੀ ਧਿਆਨ ਦਿੱਤਾ ਗਿਆ। ਔਰ ਇਹ ਵੀ ਗੱਲ ਹੈਰਾਨੀ ਵਾਲੀ ਹੈ ਕਿ ਉਹਨਾਂ ਦੇ ਆਪਣੇ ਹੀ ਵਿਧਾਇਕਾਂ ਨੇ ਇੱਥੇ ਸਵਾਲ ਖੜੇ ਕੀਤੇ ਵੀ ਆਹ ਸਾਡਾ ਕੰਮ ਕਿਉਂ ਨਹੀਂ ਹੋਇਆ। ਦੇਖੋ ਇਹ ਨਵੀਂ ਹੈਰਾਨੀ ਹੈ। ਹੁਣ ਜਿਹੜਾ ਜ਼ੀਰੇ ਦਾ MLA ਹੈ ਉਹ ਵੈਸੇ ਤਾਂ ਮਸ਼ਹੂਰ ਹੈ, ਪਹਿਲਾਂ ਵੀ ਇਦਾਂ ਦੀ ਗੱਲ ਕਰਨ ਤੇ ਉਹਨੇ ਕਿਹਾ ਜੀ ਸਾਡੀ ਮਿਹਨਤ ਕਦੋਂ ਲੱਗਣੀ ਆ, ਸਾਡੇ ਇਹ ਤਾਂ ਦੱਸ ਦਿਓ। ਅੱਛਾ, ਹੋਰ ਏਦਾਂ ਦੇ ਸਵਾਲ ਕਈਆਂ ਨੇ ਉਠਾਏ ਔਰ ਇਹ ਗੱਲ ਬੜੀ ਸਾਰਿਆਂ ਦੀ ਹੈਰਾਨੀ ਜਾਨੀ ਕਿ ਵੀ ਹੈਗੀ ਆ, ਅਲੋਕਾਰੀ ਵੀ ਹੈ ਕਿ ਜਿਹੜੀ ਪਾਰਟੀ ਦਾ ਰਾਜ ਹੈ ਉਹ ਬਜਾਏ ਉਹਦੇ ਅੰਦਰ ਕੋਈ ਉਹਨਾਂ ਦੀ ਸੁਣੇ ਉਹਨਾਂ ਨੂੰ ਇੱਥੇ ਰੱਖਣੀ ਪੈ ਰਹੀ। ਇਹ ਗੱਲ ਨੈਗੇਟਿਵ ਜਾਂਦੀ ਹੈ ਕੈਪਟਨ ਦੇ ਵਿਰੋਧ ਦੇ ਵਿੱਚ। ਸੋ ਇਸ ਕਿਸਮ ਦਾ ਉੱਥੇ ਚੱਲ ਰਿਹਾ ਜੇ ਦੇਖੋ ਮਤਲਬ ਕੀ ਅੱਗੇ ਪਾਸ ਕਰਦੇ ਆ, ਤੇ ਇਹਨਾਂ ਦਾ ਤੇ ਮੇਰਾ ਖਿਆਲ ਰੋਲ ਇਹੀ ਰਹਿਣਾ ਅਕਾਲੀਆਂ ਦਾ ਵੀ ਤੇ ਆਮ ਆਦਮੀ ਦਾ ਕਿ ਜਿਹੜਾ ਇਹਨਾਂ ਨੂੰ ਏਦਾਂ ਨਹੀਂ ਸੀ ਕਰਨੀ ਚਾਹੀਦੀ। ਇੱਕ ਮੈਂ ਖਬਰ ਹੋਰ ਤੁਹਾਨੂੰ ਦੱਸ ਲਿਆ, ਸ਼ਾਇਦ ਰਹਿ ਨਾ ਜਾਵੇ ਕਿ FCI ਮੈਂ ਤੁਹਾਨੂੰ ਇਹੀ ਤੁਹਾਨੂੰ ਪੁੱਛਣ ਲੱਗਾ ਸੀਗਾ ਜੀ, ਇਹਨੇ FCI ਨੇ ਇੱਕ ਨਵਾਂ ਮਾਮਲਾ ਕੀਤਾ ਤਾਂ ਕਿ ਕਿਸਾਨਾਂ ਦੀ ਜਿਹੜੀ ਬੈਕਬੋਨ ਹੈ ਉਹ ਤੋੜਦੀ। ਇਹੀ ਭੱਟੀ ਸਾਹਿਬ ਤੁਹਾਨੂੰ ਮੈਂ ਸਵਾਲ ਲੱਗਾ ਸੀ ਕਰਨ ਜੀ, ਇਹੀ ਸਵਾਲ ਮੈਂ ਲੱਗਾ ਸੀ ਕਰਨ ਕਿ ਸਰਕਾਰ ਨੇ ਐਲਾਨ ਕਰਤਾ ਕਿ FCI ਜਿਹੜੀ ਪਰਚੇਜ਼ ਕਰੂਗੀ ਕਣਕ ਦੀ ਹੁਣ ਹੋਰ ਥੋੜੇ ਦਿਨਾਂ ਨੂੰ ਸ਼ੁਰੂ ਹੋ ਜਾਣੀ ਆ, 10-15-20 ਦਿਨਾਂ ਨੂੰ ਸ਼ੁਰੂ ਹੋ ਜਾਣੀ, ਉਹ ਪਰਚੇਜ਼ ਕਰੂਗੀ ਤੇ ਉਹਦੀ ਜਿਹੜੀ ਭੁਗਤਾਨ ਆ ਉਹ ਡਾਇਰੈਕਟ ਕਿਸਾਨ ਦੇ ਅਕਾਊਂਟ 'ਚ ਜਾਊਗਾ। ਇਹ ਆੜ੍ਹਤੀਆਂ ਨੂੰ ਜਾਂਦੇ ਸੀ ਪੈਸੇ ਪਹਿਲਾਂ, ਫਿਰ ਆੜ੍ਹਤੀ ਅੱਗੋਂ ਕਿਸਾਨਾਂ ਨੂੰ ਵੰਡਦੇ ਸੀ। ਉਹਨਾਂ ਨੇ ਕਿਹਾ ਜੀ ਆੜ੍ਹਤੀਆਂ ਨੂੰ ਬਾਹਰ ਕੱਢ ਦੇਣਾ, ਸਾਡੀ ਕਿਸਾਨਾਂ ਨਾਲ ਸਿੱਧੀ ਗੱਲ ਆ, ਕਿਸਾਨ ਸਿੱਧੀ ਫਸਲ ਵੇਚਣਗੇ ਤੇ ਉਹਦਾ ਭੁਗਤਾਨ ਸਿੱਧਾ ਕਿਸਾਨ ਨੂੰ ਹੋ ਜਾਊਗਾ। ਇਹ ਮਸਲਾ ਸਾਰਾ ਕੀ ਹੈ? ਕਿਸੇ ਨੂੰ ਤੇ ਕਹਿਣ ਦੀ ਲੋੜ ਹੀ ਨਹੀਂ, ਜਿਹੜਾ ਇਹਦਾ ਫੈਸਲਾ ਕੀਤਾ ਨਾ ਕਿ ਉਹ ਇਹ ਕਰ ਦਿੱਤਾ ਕਿ FCI ਜਿਹੜੀ ਆ ਕਿਸਾਨਾਂ ਦੇ ਜਿਣਸ ਦੀ ਪੇਮੈਂਟ ਜਿਹੜੀ ਆ ਨਾ ਉਹ ਪਹਿਲੇ ਦੀ ਤਰ੍ਹਾਂ ਨਹੀਂ ਕਰੂਗੀ, ਉਹ ਡਾਇਰੈਕਟ ਕਰੂ। ਹੁਣ ਇੱਥੇ ਸਵਾਲ ਖੜਾ ਕਿ ਜੇ ਉਹ ਪੇਮੈਂਟ ਡਾਇਰੈਕਟ ਕਰਨੀ ਹੈ ਤਾਂ ਜਿਹੜੇ ਵਿੱਚ ਆੜ੍ਹਤੀਏ ਸੀ ਉਹਨਾਂ ਨਾਲ ਸੰਬੰਧਿਤ ਜਿੱਦਾਂ ਅਮਲਾ ਪਹਿਲਾਂ ਹੋਰ ਸੀ ਜਾਂ ਸ਼ੈਲਰ ਮਾਲਕ ਆ ਦੂਸਰੇ ਆ, ਉਹ ਸਾਰੇ ਤਾਂ ਪਾਸੇ ਹੋ ਗਏ। ਇੱਕ ਗੱਲ ਦੂਸਰੀ ਗੱਲ ਇਹ ਵੀ ਆ ਗਈ ਕਿ ਜਦੋਂ ਆੜ੍ਹਤੀਏ ਪਾਸੇ ਹੋ ਜਾਣਗੇ ਤੇ ਇਹ ਮਤਲਬ ਇਹਨਾਂ ਦਾ ਲੱਕ ਟੁੱਟ ਜਾਊਗਾ। ਕਿਸਾਨ ਜਿਹੜੇ ਉਹਨਾਂ ਦੀ ਹਦਾਇਤ ਵੀ ਨਹੀਂ ਕਰਨਗੇ ਔਰ ਉਹਨਾਂ ਚ ਡਿਵੀਜ਼ਨ ਪਾਉਣਗੇ। ਪਰ ਇੱਥੇ ਕੀ ਹੋਇਆ ਕਿ ਕਿਸਾਨਾਂ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ, ਆੜ੍ਹਤੀਆਂ ਨੇ ਐਲਾਨ ਕਰਤਾ ਵੀ ਅਸੀਂ ਹੜਤਾਲਾਂ ਕਰਾਂਗੇ, ਨਾਲ ਹੀ ਉਹਨਾਂ ਦੇ ਦੂਸਰੇ ਕਾਰੋਬਾਰੀ ਅਦਾਰੇ ਜਿੰਨੇ ਵੀ ਜੁੜੇ ਆ। ਹੁਣ ਕਿਸਾਨ ਉਹਨਾਂ ਦਾ ਇਸ਼ੂ ਇਹ ਆ ਕਿ ਆੜ੍ਹਤੀਏ ਕੋਲ ਮੁੱਦਾ ਤਾਂ ਚੱਲ ਰਿਹਾ ਸਾਰਾ ਕੁਛ। ਕਿਸਾਨ ਲਈ ਆੜ੍ਹਤੀਏ ਇੱਕ ਇਹੋ ਜਿਹੀ ਬੈਂਕ ਹੈ ਜਿੱਥੇ ਉਹ ਕਦੀ ਵੀ ਜਾ ਕੇ ਆਪਣੇ ਵਰਤੋਂ ਲਈ ਖਰਚਣ ਲਈ ਪੈਸੇ ਲਿਆ ਸਕਦਾ ਔਰ ਵੱਧ ਵੀ ਲਿਆ ਸਕਦਾ। ਔਰ ਉਸ ਤੋਂ ਬਾਅਦ ਜੇ ਪਰੰਪਰਾ ਚੱਲਦੀ ਜਿਸ ਦਿਨ ਟੁੱਟੂਗੀ ਇਹਦੇ ਨਾਲ ਇਕੱਲਾ ਇਹ ਕੁਛ ਹੀ ਨਹੀਂ ਜੁੜਿਆ, ਤਾਂ ਬਹੁਤ ਕੁਛ ਹੋਰ ਵੀ ਜੁੜਿਆ ਹੈਗਾ, ਉਹਦੇ ਤੇ ਵੀ ਅਸਰ ਪਊਗਾ। ਇਹ ਜਿਹੜੀ ਇਹਦੀ ਚਾਲ ਹੈ ਇਹ ਦੇਖੋ ਕਿੰਨਾ ਕੁ ਇਹਦੇ ਤੇ ਪ੍ਰੈਸ਼ਰ ਬਣ ਸਕਦਾ ਹੈ। ਕਾਨੂੰਨ ਇਹ ਵਾਪਸ ਲੈਂਦੇ ਆ ਕਿ ਨਹੀਂ, ਇਹ ਆਰਡਰ ਵਾਪਸ ਲੈਂਦੇ FCI ਦਾ ਕਿ ਨਹੀਂ ਲੈਂਦੇ। ਪਰ ਕਿਸਾਨ ਜਿਹੜੇ ਹੈਗੇ ਆ ਉਹ ਆੜ੍ਹਤੀਆਂ ਨਾਲ ਰਲ ਕੇ ਔਰ ਦੂਸਰੇ ਕਾਰੋਬਾਰੀਆਂ ਨਾਲ ਰਲ ਕੇ ਇਹਦੇ ਵਿਰੋਧ ਦੇ ਵਿੱਚ ਡਟ ਕੇ ਖੜ ਗਏ। ਭੱਟੀ ਸਾਹਿਬ ਇਹਦੇ 'ਚ ਇੱਕ ਹੋਰ ਨੁਕਤੇ ਵਾਲੀ ਜਿਹੜੀ ਗੱਲ ਆ ਉਹ ਪਤਾ ਲੱਗੀ ਜੀ, ਕਿਸਾਨਾਂ ਨੂੰ ਵੀ ਉਹਨਾਂ ਨੇ ਜਦੋਂ ਫਸਲ ਦਾ ਭੁਗਤਾਨ ਕਰਨਾ ਉਹ ਕਹਿੰਦੇ ਜੀ ਆਪਦੀ ਲੈ ਕੇ ਆਓ ਇਹ ਰਿਪੋਰਟ ਕਿ ਤੁਸੀਂ ਇਸ ਕਿਹੜੀ ਤੁਹਾਡੀ ਜ਼ਮੀਨ ਕਿਹੜੀ ਆ, ਯਾਨੀ ਉਹ ਜ਼ਮੀਨ ਦਾ ਸਬੂਤ ਲੈ ਕੇ ਆਓ ਤੁਸੀਂ, ਉਂਝ ਹੀ ਤੁਹਾਨੂੰ ਨਹੀਂ। ਇਹ ਤਾਂ ਕਈ ਸਮੱਸਿਆਵਾਂ ਖੜੀਆਂ ਕਰਨਗੇ। ਬਹੁਤ ਸਾਰੇ ਲੋਕਾਂ ਨੇ ਠੇਕੇ ਤੇ ਜ਼ਮੀਨਾਂ ਦਿੱਤੀਆਂ ਹੁੰਦੀਆਂ ਜਾਂ ਠੇਕੇ ਤੇ ਜ਼ਮੀਨਾਂ ਲਈਆਂ ਹੁੰਦੀਆਂ, ਉਹ ਭੁਗਤਾਨ ਕਰਨ ਲੱਗਿਆਂ ਬੜੀਆਂ ਮੁਸ਼ਕਲਾਂ ਆਉਣਗੀਆਂ। ਗੁੰਝਲਦਾਰ ਮਸਲਾ ਜਿਹੜਾ ਬਣਦਾ ਜਾਂਦਾ, ਜਾਣ ਬੁੱਝ ਕੇ ਸਰਕਾਰ ਇਸ ਤਰੀਕੇ ਨਾਲ ਕਰ ਰਹੀ ਹੈ ਜਾਂ ਇਹਦੇ ਕੁਝ ਲੱਗਦਾ ਕੋਈ ਸੁਧਾਰ ਵਾਲੀ ਗੱਲ ਹੈ, ਸੁਧਾਰ ਵਾਲੀ ਅਪਰੋਚ ਉਹਨਾਂ ਦੀ ਹੈਗੀ ਹੈ? ਨਹੀਂ, ਸੁਧਾਰ ਇਹ ਗੱਲ ਜਾਣ ਬੁੱਝ ਕੇ ਨਾ, ਜਿੱਦਾਂ ਹਰਿਆਣੇ ਦੇ ਵਿੱਚ ਇਹਨਾਂ ਨੇ SYL ਦਾ ਮੁੱਦਾ ਖੜਾ ਕਰਤਾ ਸੀ, ਉਹ ਕਿਹੜਾ ਮਾਮਲਾ ਸੀ, ਉਹ ਲੋਕਾਂ ਨੂੰ ਰੱਦ ਕਰਤਾ। ਹੁਣ ਇਸੇ ਤਰ੍ਹਾਂ ਹੀ ਇਹ ਵੀ ਰੱਦ ਹੋਣਾ।
ਨਹੀਂ ਬਣਨਗੇ ਲੋਕ। ਠੀਕ ਹੈ ਔਰ FCI ਨੂੰ ਮਤਲਬ ਮਜਬੂਰੀ ਦੀ ਹਾਲਤ ਵਿੱਚ ਫੈਸਲੇ ਨੂੰ ਵਾਪਸ ਲੈਣਾ ਪੈਣਾ, ਨਹੀਂ ਤਾਂ ਸਾਰਾ ਕੁਝ ਗੜਬੜ ਹੋ ਜਾਊਗਾ। ਠੀਕ ਹੈ ਇਹ ਸਾਰਾ ਸਿਸਟਮ ਜਿਹੜਾ ਹੈਗਾ ਨਾ ਐਕਚੁਅਲੀ ਤੇ ਇਹ ਸਾਰਾ ਸਿਸਟਮ ਆਲਰੇਡੀ ਪਹਿਲਾਂ ਹੀ ਇਹ ਕਹਿ ਲਓ ਕਿ ਗੱਲ ਸੜ ਚੁੱਕਾ ਹੈ। ਪਰ ਹੁਣ ਏਦਾਂ ਦੇ ਕਾਰਨਾਮੇ ਕਰਕੇ ਜੇ ਕੋਈ ਦੇਖੋ ਜੇ ਆਰਟੀਆਂ ਦੇ ਦਿਮਾਗ 'ਚ ਨਹੀਂ ਸੀ ਕਿ ਅਸੀਂ ਵੀ ਮਤਲਬ ਡਾਇਰੈਕਟ ਕੁੱਦੀ ਥੋੜਾ ਘੱਟ ਪਿੱਛੇ ਨੂੰ ਪੈਰ ਚੁੱਕਦੇ, ਹੁਣ ਸਾਹਮਣੇ ਆ ਜਾਣਗੇ ਨਾ ਸਾਰੇ, ਹੁਣ ਡਰ ਜਾਣਗੇ। ਤੇ ਇਹ ਹੁੰਦਾ ਕਿ ਜਿਸ ਵੇਲੇ ਏਦਾਂ ਦੀ ਹਾਲਤ ਦੇ ਵਿੱਚ ਕੋਈ ਵੀ ਤਾਨਾਸ਼ਾਹ ਫੈਸਲੇ ਦਿੰਦਾ, ਉਹ ਕਈ ਵਾਰੀ ਉਹਦੀ ਜੜ ਪੁੱਟਣ ਲਈ ਹੋਰ ਵੀ ਜ਼ਿਆਦਾ ਕਾਰਗਰ ਹੋ ਜਾਂਦੇ। ਇਹੋ ਜਿਹੀ ਭੀਸ਼ਣਾ ਇੰਡੀਆ 'ਚ ਬੜੀ ਵੀ ਹੈ। ਠੀਕ ਹੈ। ਇਸ ਕਰਕੇ ਇਹ ਜਿਹੜੀ ਹਾਲਾਤ ਹੈ ਇਹਦੇ ਵਿੱਚ ਜੇ ਆਪਾਂ ਇਹ ਕਹੀਏ ਕਿ ਏਦਾਂ ਦੀਆਂ ਕਾਰਵਾਈਆਂ ਕਰਕੇ ਬੜੀਆਂ ਹੋਸ਼ਿਆਰੀਆਂ ਕਾਰਵਾਈਆਂ, ਜਿਵੇਂ ਬਹੁਤ ਵੱਡਾ ਤੂਫਾਨ ਉੱਠਿਆ ਹੋਵੇ ਤੇ ਗੜਵੀ 'ਚ ਪਾਣੀ ਪਾ ਕੇ ਉਹਦੀ ਵੱਲ ਨੂੰ ਸਿੱਟੋ ਵੀ ਇਹ ਠੰਡਾ ਹੋ ਜਾਏ, ਇਹ ਗੱਲ ਸਾਬਤ ਹੁੰਦੀ ਹੈ। ਇਹ ਗੱਲਾਂ ਇਹ ਕਾਮਯਾਬ ਨਹੀਂ ਹੋਣੀਆਂ ਔਰ ਨਾ ਹੀ ਇਹਨਾਂ ਦੇ ਕੋਲੋਂ ਮਤਲਬ ਇਹ ਗੱਲ ਏਡੇ ਵੱਡੇ ਰੋਹ ਨੂੰ ਲੋਕ ਰੋਹ ਨੂੰ ਸਮਝਿਆ ਲੱਗ। ਇਸ ਕਰਕੇ ਆਉਣ ਵਾਲਾ ਸਮਾਂ ਤੁਸੀਂ ਦੇਖੋਗੇ ਬਹੁਤ ਦੇਰ ਨਹੀਂ, ਇਹਦੇ ਸਿਰਫ ਥੋੜਾ ਹੀ ਟਾਈਮ ਲੱਗੂਗਾ ਜਿਹਦੇ ਵਿੱਚ ਇਹਨਾਂ ਨੂੰ ਘੁੱਟਣੇ ਟੇਕਣੇ ਪੈਣਗੇ। ਦੇਖ ਕੇ ਇਹ ਨਹੀਂ ਇਕੱਲਾ ਹੋਰ ਕਈ ਮਾਮਲੇ ਵੀ ਮੰਨਣੇ ਪੈਣਗੇ, ਕਈ ਕਾਨੂੰਨ ਵੀ ਮੰਨਣੇ ਪੈਣਗੇ ਜਿਹੜੇ ਇਹਨਾਂ ਨੇ ਗਲਤ ਅਪਣਾਏ ਆ, ਉਹਨਾਂ ਨੂੰ ਵਾਪਸ ਲੈਣਾ ਪਊਗਾ। ਜਾਂਦੇ ਇਹ ਜਿਹੜੀ ਚੀਜ਼ ਹੈ ਇਹ ਬੜੀ ਮਹੱਤਵਪੂਰਨ ਹੋਣ ਜਾ ਰਹੀ ਹੈ। ਜਾਂਦੇ ਭੱਟੀ ਸਾਹਿਬ, ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹੁੰਦਾ। ਤੁਸੀਂ ਪੱਤਰਕਾਰੀ ਦੇ ਫੀਲਡ ਵਿੱਚ ਬੜੇ ਲੰਮੇ ਸਮੇਂ ਤੋਂ ਤੁਸੀਂ ਅਜੀਤ ਨਾਲ ਵੀ ਕੰਮ ਕੀਤਾ। ਅਜੀਤ ਦਾ ਇੱਕ ਮੇਜਰ ਪੱਤਰਕਾਰ ਹੋਇਆ ਜੀ, ਉਹਦਾ ਨਾਂ ਵੀ ਮੇਜਰ ਸਿੰਘ ਹੈ। ਅੱਜ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਤੁਸੀਂ ਮੇਜਰ ਸਿੰਘ ਨਾਲ ਕੰਮ ਕੀਤਾ, ਉਹਨਾਂ ਦੇ ਸ਼ਖਸੀਅਤ ਤੋਂ ਤੁਹਾਨੂੰ ਜਾਣਕਾਰੀ ਹੈਗੀ ਆ। ਤੁਸੀਂ ਭਾਜੀ ਬਰਜਿੰਦਰ ਨਾਲ ਵੀ ਕੰਮ ਕੀਤਾ। ਮੇਜਰ ਸਿੰਘ ਨੂੰ ਸ਼ਰਧਾਂਜਲੀ ਵਜੋਂ ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਵਾਇਸ ਆਫ ਇੰਡੀਆ ਵੱਲੋਂ ਇਸ ਉਹਨਾਂ ਦੀ ਜਿਹੜੀ ਅਚਨਚੇਤੀ ਡੈਥ ਹੋਈ ਆ ਉਹਦੇ ਲਈ ਸੋਗ ਪ੍ਰਗਟ ਕਰਦੇ ਹਾਂ ਔਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਤੁਹਾਡੇ ਮਿੱਤਰ ਸਨ ਜੀ ਮੇਜਰ ਸਿੰਘ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੇਜਰ ਸਿੰਘ ਇੱਕ ਬੜਾ ਮਤਲਬ ਸੱਚਾ ਸੁੱਚਾ ਪੱਤਰਕਾਰ ਸੀ, ਦਲੇਰ ਪੱਤਰਕਾਰ ਸੀ, ਜਿਹਨੇ ਅੱਤਵਾਦ ਦੇ ਸਮੇਂ ਦੇ ਵਿੱਚ ਵੀ ਬਹੁਤ ਵੱਡੀਆਂ ਭੂਮਿਕਾ ਅਦਾ ਕੀਤੀਆਂ। ਔਰ ਉਹ ਮੈਂ ਤੁਹਾਨੂੰ ਇੱਕ ਘਟਨਾ ਦੱਸ ਦੂੰਗਾ, ਉੱਥੇ ਪਤਾ ਲੱਗ ਜਾਂਦਾ। ਇੱਕ ਵਾਰ ਪ੍ਰੈਸ ਕਾਨਫਰੰਸ ਸੀ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਸੀ ਭਲਾਖ ਦੇ ਵਿੱਚ। ਉੱਥੇ ਬੀਬੀ ਜਗੀਰ ਕੌਰ ਦਾ ਉਹ ਮਤਲਬ ਫੰਕਸ਼ਨ ਹੁੰਦਾ ਹੈ, ਉਹਦੇ ਤੇ ਹੀ ਬਾਦਲ ਸਾਹਿਬ ਵੀ ਆਏ ਸੀ। ਤੇ ਹੋਇਆ ਕੀ ਕਿ ਮੇਜਰ ਸਿੰਘ ਥੋੜਾ ਲੇਟ ਆਇਆ ਸੀ, ਥੋੜਾ ਅੱਗੇ ਬੈਠੇ ਸੀ, ਪਿੱਛੇ ਬਹਿ ਗਿਆ ਤੇ ਸਵਾਲ ਜਵਾਬ ਜਦੋਂ ਹੋਏ ਤੇ ਪਿੱਛੋਂ ਸਵਾਲ ਕਰਦਾ, ਉੱਥੇ ਬੈਠਾ ਹੀ ਬਾਦਲ ਤੇ ਇਸ ਢੰਗ ਨਾਲ ਸਵਾਲ ਕਰਦਾ ਆ। ਬਾਦਲ ਸਾਹਿਬ ਹੈਰਾਨ ਵੀ ਹੋ ਗਏ ਤੇ ਕਿੰਨਾ ਚਿਰ ਸੋਚਦੇ ਵੀ ਰਹੇ ਕਿ ਮੈਂ ਕਿਉਂ ਸਵਾਲ ਹੁਣ ਮੈਨੂੰ ਭੁੱਲ ਗਿਆ, ਕਿਉਂਕਿ ਕਾਫੀ ਸਾਲਾਂ ਦੀ ਗੱਲ ਹੈ। ਬੜੀ ਦਲੇਰ ਨਾਲ ਇਹਦੀ ਮਤਲਬ ਪੱਤਰਕਾਰੀ ਰਹੀ ਹੈ ਔਰ ਸਾਰੇ ਦਾ ਲੋਹਾ ਮੰਨਦੇ ਸੀ। ਔਰ ਕਈ ਵਾਰੀ ਸਰਕਾਰ ਨੇ ਉਸ ਵੇਲੇ ਹਕੂਮਤ ਸੀ, ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਮੇਜਰ ਸਿੰਘ ਨੂੰ ਖੁਸ਼ ਰੱਖਿਆ ਜਾਵੇ। ਇੱਕ ਵਾਰ ਉਹਨੂੰ ਆਪਣੇ ਹੈਲੀਕਾਪਟਰ 'ਚ ਬਿਠਾ ਕੇ ਪਤਾ ਨਹੀਂ ਕਿੱਥੇ ਦੂਸਰੀ ਥਾਂ ਜਾਣਾ ਸੀ, ਉੱਥੇ ਵੀ ਲੈ ਗਏ ਤੇ ਉਹ ਉੱਥੇ ਜਾ ਕੇ ਜਦੋਂ ਉਸੇ ਤਰ੍ਹਾਂ ਸਵਾਲ ਕੀਤੇ ਫਿਰ ਉਹਨਾਂ ਸੋਚ ਲਿਆ ਵੀ ਇਹਨੇ ਕਿਸੇ ਤਰੀਕੇ ਨਾਲ ਮੰਨਣੀ ਗੱਲ ਤਾਂ ਹੈ ਨਹੀਂ। ਫਿਰ ਇੱਕ ਸਮਾਂ ਆਇਆ ਉਹਦੇ ਵਿੱਚ ਇੱਕ ਵਾਰੀ ਕੁਛ ਕਾਰਨ ਹੀ ਇਹੋ ਜਿਹੇ ਬਣੇ, ਐਕਸੀਡੈਂਟ ਵੀ ਹੋਇਆ, ਉਦੋਂ ਵੀ ਬਹੁਤ ਜ਼ਬਰਦਸਤ ਐਕਸੀਡੈਂਟ ਸੀ। ਫਗਵਾੜੇ ਆਪਣੇ ਛੇੜੂ ਦੇ ਪੁਲ ਦੇ ਲਾਗੇ ਹੋਇਆ ਸੀ, ਉਹ ਮੈਨੂੰ ਯਾਦ ਹੈ ਕਿ ਬਹੁਤ ਦੇਰ ਹੋ ਗਈ। ਉੱਥੇ ਵੀ ਬਹੁਤ ਬੁਰੀ ਤਰ੍ਹਾਂ ਇਫੈਕਟ ਹੋ ਗਿਆ ਸੀ ਮੇਜਰ ਸਿੰਘ ਨੂੰ, ਪਰ ਬਾਅਦ ਦੇ ਵਿੱਚ ਹੌਲੀ ਹੌਲੀ ਠੀਕ ਹੋ। ਫਿਰ ਥੋੜਾ ਜਿਹਾ ਇਹੋ ਜਿਹਾ ਸਮਾਂ ਆਇਆ, ਕੁਛ ਕੰਟਰੋਵਰਸੀ ਬਰਜਿੰਦਰ ਸਿੰਘ ਹੋਣਾ ਨਾਲ ਹੋ ਗਿਆ, ਇਹ ਛੱਡ ਗਏ, ਫਿਰ ਦੁਬਾਰਾ ਆ ਗਏ। ਮਤਲਬ ਇਹਨਾਂ ਦੀ ਪੱਤਰਕਾਰੀ ਦੇ ਵਿੱਚ ਇੱਕ ਆਪਣਾ ਮਤਲਬ ਤਰੀਕਾ ਸੀ ਕਿ ਕਿਸ ਢੰਗ ਦੇ ਨਾਲ ਮਤਲਬ ਨੇ ਲੋਕਾਂ ਦੀ ਹਰ ਗੱਲ ਨੂੰ ਉਠਾਉਣਾ ਤੇ ਕਿਵੇਂ ਜਿਹੜੇ ਹਾਕਮ ਹੈ ਉਹਨਾਂ ਦੀ ਕਿਸੇ ਗੱਲ ਨੂੰ ਇਹੋ ਜਿਹੀ ਗੱਲ ਨੂੰ ਨਹੀਂ ਬਰਦਾਸ਼ਤ ਕਰਨਾ ਜਿਹੜੀ ਲੋਕਾਂ ਦੇ ਵਿਰੋਧ 'ਚ ਜਾਂਦੀ ਹੋਵੇ। ਉਹ ਇਸੇ ਕਰਕੇ ਇਹ ਬੜਾ ਗਹਿਰੀ ਛਾਪ ਸੀ ਇਹਨਾਂ ਦੀ ਪੱਤਰਕਾਰੀ 'ਚ। ਔਰ ਜਿਵੇਂ ਮੇਰੇ ਉੱਥੇ ਦੋਸਤ ਨੇ ਪੰਜਾਬੀ ਟ੍ਰਿਬਿਊਨ ਦੇ ਜਲੰਧਰ, ਉਹਨਾਂ ਨੇ ਕੱਲ ਉਹ ਪੋਸਟ ਪਾਈ ਸੀ ਕਿ ਪੱਤਰਕਾਰੀ ਦਾ ਇੱਕ ਥੰਮ ਡਿੱਗ ਗਿਆ। ਸੱਚੀ ਗੱਲ, ਬਿਲਕੁਲ ਬੜੇ ਲੰਬੇ ਸਮੇਂ ਤੋਂ ਇਹਨਾਂ ਨੇ ਸੰਘਰਸ਼ ਕੀਤਾ, ਪੱਤਰਕਾਰੀ ਦੇ ਵਿੱਚ ਆਪਣੇ ਪੈਰ ਲਾਏ, ਕਿਸ ਢੰਗ ਦੇ ਨਾਲ ਇਹ ਦਲੇਰੀ ਨਾਲ ਪੱਤਰਕਾਰੀ ਕੀਤੀ ਹੈ। ਇਹ ਵਾਕਿਆ ਹੀ ਬਹੁਤ ਵੱਡਾ ਘਾਟਾ ਪਿਆ ਔਰ ਮੈਨੂੰ ਵੀ ਇਸ ਗੱਲ ਤੇ ਬਹੁਤ ਦੁੱਖ ਹੋਇਆ।
ਅਨਫੋਰਚੂਨੇਟਲੀ ਆਪਾਂ ਨੂੰ ਪਹਿਲਾਂ ਗੱਲ ਕਰਨੀ ਚਾਹੀਦੀ ਸੀ, ਉਹ ਨਹੀਂ ਕਰ ਸਕੇ। ਮੇਰੇ ਦਿਮਾਗ 'ਚ ਦੂਸਰੀਆਂ ਭਾਰੂ ਹੋ ਗਈਆਂ ਗੱਲਾਂ, ਔਰ ਇਹ ਬਹੁਤ ਦੁਖਦਾਇਕ ਕਹਾਣੀ ਹੈ ਸਾਰੀ। ਤੇ ਫਿਰ ਮੇਰੇ ਦਿਮਾਗ 'ਚ ਇਹ ਵੀ ਆਉਂਦਾ ਸੀ, ਪਤਾ ਨਹੀਂ ਕਿਉਂ ਆਇਆ, ਕੱਲ ਕਾਫੀ ਮੈਂ ਉਦਾਸ ਵੀ ਰਿਹਾ ਵੀ ਕਿਉਂ ਲੋਕ ਜਦ ਤੁਰੇ ਜਾ ਰਹੇ ਹੌਲੀ ਹੌਲੀ, ਕਿਉਂਕਿ ਮੇਰੇ ਕਿੰਨੇ 3-4 ਦੋਸਤ ਜਿਹੜੇ ਹੈਗੇ ਉਸੇ ਤਰ੍ਹਾਂ ਹੀ ਪਿਛਲੇ ਥੋੜੇ ਸਮੇਂ ਦੀ ਡੈਥ ਹੋਈ ਹੈ। ਭੱਟੀ ਸਾਹਿਬ ਬਹੁਤ, ਹਾਂਜੀ ਬਹੁਤ ਮਿਹਰਬਾਨੀ ਭੱਟੀ ਸਾਹਿਬ, ਤੁਸੀਂ ਅੱਜ ਦੇ ਇਸ ਵਿਚਾਰ ਚਰਚਾ ਵਿੱਚ ਆਪਣੀਆਂ ਵਿਭਾਗ ਟਿੱਪਣੀਆਂ ਦਿੱਤੀਆਂ। ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ। ਮੰਡੇ ਨੂੰ ਫਿਰ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ। ਥੈਂਕ ਯੂ ਵੈਰੀ ਮਚ।